ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। गुरु गोविंद सिंह जी ने तो खुद गोविंद रामायण लिखी है, गोविंद रामायण लिखी है, गोविंद रामायण लिखी, गोविंद रामायण लिखी है। ਕਲਪਤ ਵਿਚਾਰਧਾਰਾ ਨੂੰ ਉੱਥੇ ਪੇਸ਼ ਕਰਨਾ ਜਿਹਨੂੰ ਗੁਰੂ ਵਿਚਾਰਧਾਰਾ ਕਿਹਾ ਹੀ ਨਹੀਂ ਜਾ ਸਕਦਾ। ਤੇ ਇਹ ਮੰਨਦੇ ਕਿ ਇਕਬਾਲ ਸਿੰਘ ਨੇ ਬਹੁਤ ਵੱਡੀ ਗਲਤ ਗੱਲ ਕਰਕੇ ਪੰਥ ਨੂੰ ਬਹੁਤ ਵੱਡੇ ਅੱਜ ਜਵਾਬ ਦੇਣ ਲਈ ਮਜਬੂਰ ਕਰਨ ਵਾਲੇ ਕਟਹਿਰੇ 'ਚ ਖੜਾ ਕੀਤਾ। ਇਹ ਇਕਬਾਲ ਸਿੰਘ ਬਹੁਤ ਵੱਡੀ ਭੁੱਲ है। गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे उनके वंशज हैं गुरु गोविंद सिंह जी। ਹੁਣ ਤਖਤ ਸਾਹਿਬ ਦੀ ਕਮੇਟੀ ਨੇ ਲਾਇਆ ਸਰਦਾਰ ਅਵਤਾਰ ਸਿੰਘ ਹੇਤੂ ਉੱਥੋਂ ਦੇ ਪ੍ਰਧਾਨ ਨੇ, ਔਰ ਉਹਨਾਂ ਨੇ ਜਦੋਂ ਨਿਯੁਕਤੀ ਕੀਤੀ ਹੈ ਇਸ ਕਰਕੇ ਉਹ ਜਥੇਦਾਰ ਹੈ ਹੀ ਨਹੀਂ ਹੈ। ਤੇ ਫਿਰ ਨਾ ਹੁੰਦੇ ਆ ਜਥੇਦਾਰ ਸਾਬਤ ਕਹਿਣਾ ਇਹ ਉਹਨਾਂ ਤੋਂ ਅਸੀਂ ਕਹਿੰਦੇ ਇਸ ਤੋਂ ਵਧੀਆ ਘਟੀਆ ਗੱਲ ਕੋਈ नहीं हो सकती। तखत श्री हरिमंदिर पटना साहिब के जथेदार के तौर पर मोदी जी ने हमको स्वयं यहाँ आमंत्रित किया है। ਸਭ ਹੋਰ ਕੋਈ ਗੱਲ ਕਰਦਾ ਜਦੋਂ ਤੇ ਅਕਾਲ ਤਖਤ ਸਾਹਿਬ ਦਾ ਤਲਬ ਕਰ ਲਿਆ ਜਾਂਦਾ ਵਾ, ਉਹਨੂੰ ਸਜ਼ਾਵਾਂ ਲਾ ਦਿੱਤੀਆਂ ਜਾਂਦੀਆਂ ਵਾ। ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਇੱਥੇ ਤਲਬ ਕਰਕੇ ਪੁੱਛਣਾ ਚਾਹੀਦਾ ਕਿ ਇਹ ਕਿਉਂ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ? ਭਾਵੇਂ ਉਹ ਗੁਰੂਆਂ ਦੇ ਨਾਂ 'ਤੇ ਪਿਆ ਹੋਇਆ, ਭਾਵੇਂ ਸਿੱਖਾਂ ਦੇ ਨਾਂ 'ਤੇ ਪਿਆ ਹੋਇਆ, ਉਹਨੂੰ ਅਸੀਂ ਨਿਰਣਾਇਕ ਤੌਰ 'ਤੇ ਅਸੀਂ ਮਾਨਤਾ ਨਹੀਂ ਦੇ ਸਕਦੇ। ਇਸ ਕਰਕੇ ਉਹ ਜਿਹਨੂੰ ਮਾਨਤਾ ਪੰਥ ਨੇ ਪੂਰੀ ਨਹੀਂ ਦਿੱਤੀ ਹੋਈ ਉਹਨੂੰ ਨਿਰਣਾਇਕ ਤੌਰ 'ਤੇ ਵਰਤਣਾ ਜਿਹੜਾ ਹੈ ਨਾ, ਅਸੀਂ ਕਹਿੰਦੇ ਫਿਰ ਪੰਥ ਨਾਲ ਧੋਖਾ ਹੈ। ਨਹੀਂ, ਉਹ ਹੈ ਹੀ ਆਰਐਸਐਸ ਦਾ ਪੱਕਾ ਨੁਮਾਇੰਦਾ ਹੈ। ਜਿਹੜੀ ਉਹਨਾਂ ਦੇ ਸਮਰਥਕ ਨੇ, ਉਹਨਾਂ ਸਮਰਥਕਾਂ ਵਿੱਚ ਗਿਆਨੀ ਪੂਰਨ ਸਿੰਘ ਦਾ ਨਾਮ, ਇਕਬਾਲ ਸਿੰਘ ਦਾ ਨਾਮ, ਗੁਰਸ਼ਰਨ ਸਿੰਘ ਲਾਂਬਾ ਦਾ ਨਾਮ, ਇਹ ਇਤਿਹਾਸ ਸਾਰੇ ਨਾਮ ਸ਼ਾਮਲ ਨੇ ਉਹਨਾਂ ਵਿੱਚ। ਇਸ ਕਰਕੇ ਇਕਬਾਲ ਸਿੰਘ ਮੈਸੀ ਨੂੰ ਪੰਥ ਦਾ ਨੁਮਾਇੰਦਾ ਮੰਨਦੇ ਹੀ ਨਹੀਂ ਹੈ। ਦੇਖੋ ਇਸ ਤਰ੍ਹਾਂ ਹੈ ਕਿ ਮੈਂ ਨਰਿੰਦਰ ਮੋਦੀ ਦਾ ਜਿਹੜਾ ਬਿਆਨ ਹੈ ਸਿੱਖਾਂ ਦੇ ਖਿਲਾਫ ਉਹਨਾਂ ਦੀ ਪਛਾਣ, ਉਹਨਾਂ ਦੀ ਆਈਡੈਂਟੀਟੀ ਦੇ ਉੱਤੇ ਜਿਹੜੇ ਲੰਮੇ ਸਮੇਂ ਤੋਂ ਹਮਲੇ ਹੁੰਦੇ ਆ ਰਹੇ ਨੇ, ਉਸ ਗੱਲ ਦਾ ਮੈਂ ਇਹਨੂੰ ਐਪੀਟੋਮ ਮੰਨਦਾ ਕਿ ਇਹ ਸਾਰਿਆਂ ਨਾਲੋਂ ਸਿਖਰ ਦਾ ਹਮਲਾ। तो गुरु गोविंद सिंह जी ने तो खुद गोविंद रामायण लिखी है, गोविंद रामायण लिखी है, गोविंद रामायण लिखी, गोविंद रामायण लिखी है। ਤੇ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਆਪਣੇ ਆਪ ਨੂੰ ਮੰਨਦਾ। ਇਕਬਾਲ ਸਿੰਘ ਹੋ ਸਕਦਾ ਲਵ ਕੁਸ਼ ਦੀ ਔਲਾਦ ਹੋਵੇ, ਹੈ ਨਾ, ਮੈਂ ਨਹੀਂ ਹਾਂ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ, ਅਸੀਂ ਮਨਾਉਣਾ ਸਾਰਿਆਂ ਨੇ ਸ਼ਤਾਬਦੀ। ਸਾਡੇ 'ਤੇ ਫਿਰ ਵਾਰ ਹੋਣੇ ਨੇ ਕਿ ਉਹ ਹਿੰਦ ਦੀ ਚਾਦਰ ਨੇ ਕਿ ਧਰਮ ਦੀ ਚਾਦਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਮੈਂ ਹਾਂ ਤਜਿੰਦਰ ਸਿੰਘ। 2 ਦਿਨ ਤੋਂ ਸੁਰਖੀਆਂ ਦੇ ਵਿੱਚ ਬਹੁਤ ਵੱਡਾ ਮੁੱਦਾ ਆਇਆ ਹੈਗਾ, ਜਿਹਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਇੱਕ ਜਿਹੜਾ ਬਿਆਨ ਜਾਰੀ ਕਰ ਦਿੱਤਾ ਜਾਂਦਾ ਤੇ ਨਾਲ ਹੀ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਕਿਉਂਕਿ ਉਹ ਸਾਬਕਾ ਜਥੇਦਾਰ ਆ। ਸਾਬਕਾ ਜਥੇਦਾਰ ਦਾ ਇੱਕ ਬੜਾ ਵੱਡਾ ਸਤਿਕਾਰ ਤਾਂ ਉਹਦਾ ਹੁੰਦਾ ਵਾ, ਆਪਾਂ ਸਤਿਕਾਰ ਵਜੋਂ ਉਹਨਾਂ ਨੂੰ ਸਿੰਘ ਸਾਹਿਬ ਹੀ ਕਹਾਂਗੇ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ। ਪਰ ਕੁਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ, ਕਿਤੇ ਨਾ ਕਿਤੇ ਕੋਈ ਪੰਥਕ ਵਵੇਲਾ ਇਹੋ ਜਿਹਾ ਖੜਾ ਕਰ ਦਿੰਦੇ ਆ ਕਿ ਜਿਹਦੇ ਵਿੱਚ ਸ਼ਾਇਦ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਅਤੇ ਉਹਨਾਂ ਦੇ ਜਵਾਬ ਦੇਣ ਵਾਸਤੇ ਵੀ ਸਾਨੂੰ ਫਿਰ ਉਸੇ ਤਰ੍ਹਾਂ ਦੇ ਹੀ ਵਿਦਵਾਨ ਚਾਹੀਦੇ ਹੁੰਦੇ ਆ। ਕਿਉਂਕਿ ਮੈਨੂੰ ਲੱਗਦਾ ਕਿ ਜੇ ਆਪਾਂ ਗੱਲ ਕਰੀਏ ਸਿੰਘ ਸਾਹਿਬਾਨ ਦੀ, ਉਹ ਭਾਵੇਂ ਪਟਨਾ ਸਾਹਿਬ ਦੇ ਹੋਣ ਜਾਂ ਭਾਵੇਂ ਅਕਾਲ ਤਖਤ ਸਾਹਿਬ ਦੇ ਹੋਣ, ਅਤੇ ਜੇ ਉਹਨਾਂ ਬਾਰੇ ਗੱਲ ਕਰਨ ਵਾਸਤੇ ਵੀ ਸਾਡੇ ਨਾਲ ਸਿੰਘ ਸਾਹਿਬ ਬੈਠੇ ਹੋਣ ਤੇ ਉਸ ਗੱਲ ਦਾ ਰਵੱਈਏ ਕੁਛ ਹੋਰ ਹੋਊਗਾ। ਆਪਾਂ ਗਿਆਨੀ ਇਕਬਾਲ ਸਿੰਘ ਬਾਰੇ ਵੀ ਗੱਲ ਕਰਾਂਗੇ। ਸਾਡੇ ਨਾਲ ਹੀ ਬੈਠੇ ਹੈਗੇ ਆ ਸਿੰਘ ਸਾਹਿਬ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਕੇਵਲ ਸਿੰਘ ਜੀ, ਅਤੇ ਨਾਲ ਮੇਰੇ ਦੂਜੇ ਪਾਸੇ ਐਡਵੋਕੇਟ ਜਸਵਿੰਦਰ ਸਿੰਘ ਜੀ। ਸਾਰਿਆਂ ਨਾਲ ਆਪਾਂ ਫਤਿਹ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਪਹਿਲਾਂ ਮੈਂ ਤੁਹਾਡੇ ਵੱਲ ਹੀ ਆਉਣਾ ਕਿ ਇੱਕ ਬਿਆਨ ਹਾਸੋਹੀਣਾ ਬਿਆਨ ਦੇ ਦਿੱਤਾ ਜਾਂਦਾ ਅਤੇ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਣ ਡਿਆ। ਅਤੇ ਕਈ ਦਿਨ ਤੋਂ, ਜਿਹੜਾ 2-3 ਦਿਨ ਤੋਂ ਹੀ ਆਪਾਂ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਆ, ਭਾਵੇਂ ਉਹ ਪਿੰਡ ਦੀ ਸੱਥ ਹੋਵੇ ਅਤੇ ਜਾਂ ਪੰਥਕ ਵਿਦਵਾਨਾਂ ਦੀ ਸੱਥ ਹੋਵੇ। ਹਰ ਇੱਕ ਥਾਂ 'ਤੇ ਇਹੋ ਗੱਲ ਚੱਲੀ ਆ ਰਹੀ ਹੈ ਕਿ ਕੀ ਅਸੀਂ ਲਵ ਕੁਸ਼ ਦੀ ਔਲਾਦ ਆ, ਸਿੱਖ ਲਵ ਕੁਸ਼ ਦੀ ਔਲਾਦ ਆ? ਦੇਖੋ, ਚਰਚਾ ਤਾਂ ਮੈਂ ਮਹਿਸੂਸ ਕਰਦਾ ਕਿ 8-10 ਦਿਨ ਤੋਂ ਚੱਲ ਰਹੀ ਸੀ, ਜਦੋਂ ਉੱਥੋਂ ਦੇ ਸੱਦਾ ਪੱਤਰ ਕਬੂਲਣ ਦੀ ਗੱਲ ਆ ਰਹੀ ਸੀ ਕਿ ਕਬੂਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਅਤੇ ਕੌਮ ਦੀ ਯਕਮੁਸ਼ਤ ਰਾਏ ਇਹ ਸੀ ਕਿ ਸਾਡੇ ਕਿਸੇ ਵੀ ਸਿੱਖ ਨੁਮਾਇੰਦੇ ਨੂੰ ਉੱਥੇ ਨਹੀਂ ਜਾਣਾ ਚਾਹੀਦਾ।
ਤੇ ਜਦੋਂ ਗਿਆਨੀ ਇਕਬਾਲ ਸਿੰਘ ਵਰਗਾ ਬੰਦਾ ਉੱਥੇ ਜਾਂਦਾ ਹੈ, ਇਹਦਾ ਮਤਲਬ ਉਹਨੂੰ ਕੌਮ ਦੀ ਇੱਜ਼ਤ ਨਾਲ, ਮਾਣ ਸਨਮਾਨ ਨਾਲ, ਗੁਰੂ ਦੇ ਜਿਹੜੀ ਨਿਰਮਲ ਖਾਲਸਾ ਪੰਥ ਨਾਲ ਕੋਈ ਉਹਨਾਂ ਦਾ ਸਰੋਕਾਰ ਨਹੀਂ ਹੈ। ਉਹਨਾਂ ਜਾਤੀ ਹਿੱਤ ਨੇ ਤੇ ਜਾਤੀ ਹਿੱਤਾਂ ਨੂੰ ਲੈ ਕੇ ਉਸ ਥਾਂ ਤੇ ਜਾਂਦੇ ਨੇ ਜਿੱਥੇ ਪੰਥ ਜਾਣ ਲਈ ਤਿਆਰ ਨਹੀਂ ਹੈ, ਜਾਂ ਪੰਥ ਦੀ ਜਿਹੜੀ ਮਨਸ਼ਾ ਜਿਹੜੀ ਹੈ ਉੱਥੇ ਜਾਣ ਦੇ ਬਿਲਕੁਲ ਹੱਕ ਵਿੱਚ ਨਹੀਂ ਹੈ। ਇਸ ਕਰਕੇ ਪਹਿਲੀ ਗਲਤੀ ਤੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਪੰਥ ਨੂੰ ਪਾਸੇ ਕਰਕੇ ਉੱਥੇ ਇਕਬਾਲ ਸਿੰਘ ਨੇ ਜਾਣਾ 100% ਜਿਹੜਾ ਅਸੀਂ ਗਲਤ ਮੰਨਦੇ। ਫਿਰ ਉੱਥੇ ਜਿਹੜੀ ਜੇ ਤੁਸੀਂ ਸਵਾਲ ਕੀਤਾ ਹੈ, ਉੱਥੇ ਜਾ ਕੇ ਬੋਲ ਕੇ ਕੀ ਆ ਰਹੇ, ਉੱਥੇ ਤੁਸੀਂ ਬੋਲ ਕੇ ਆਪਣੇ ਗੁਰੂ ਦੇ ਸਿਧਾਂਤ ਦੀ ਗੱਲ ਕਰਕੇ ਆਓ, ਗੁਰੂ ਨਾਨਕ ਦੇ ਨਿਰਮਲ ਨਿਆਰੇ ਪੰਥ ਦੀ ਗੱਲ ਕਰ ਆਓ, ਪੰਥ ਦੀ ਚੜ੍ਹਦੀ ਨਿਰਮਲਤਾ ਦੀ ਗੱਲ ਕਰਕੇ ਆਓ। ਅਸੀਂ ਉੱਥੇ ਜਿਹੜੀ ਗੱਲ ਕਰ ਰਹੇ ਹਾਂ ਤਾਂ ਕਸ਼ਾਮਦੀ ਵਾਲੇ ਪਾਸੇ ਕਿਉਂ ਜਾ ਰਹੇ ਹੋ? ਉਹਨਾਂ ਨੇ ਪੰਥ ਦੇ ਹੱਕ ਦੀ ਗੱਲ ਨਹੀਂ ਕੀਤੀ, ਕੁਝ ਉਹਨਾਂ ਨੇ ਸਿਰਫ ਉੱਥੇ ਜਾ ਕੇ ਕਸ਼ਾਮਦੀ ਕੀਤੀ, ਸਾਨੂੰ ਲਵ ਦੀ ਔਲਾਦ ਕਹਿ ਕੇ ਜਾਂ ਕੁਛ ਦੀ ਇਲਾਜ ਕਹਿ ਕੇ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਨਾ, ਉਹ ਸਿਰਫ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਵੀ ਹੇਠੀ ਕੀਤੀ ਹੈ, ਖਾਲਸਾ ਪੰਥ ਦੀ ਵੀ ਹੇਠੀ ਕੀਤੀ ਹੈ। ਜਿਹੜਾ ਸਿੱਖ ਹੈ ਜਾਂ ਗੁਰੂ ਦਾ ਖਾਲਸਾ ਹੈ, ਇਹ ਕਿਸੇ ਵੀ ਇਸ ਤਰ੍ਹਾਂ ਦੀ ਨਾ ਔਲਾਦ ਸੀ, ਨਾ ਹੈ, ਨਾ ਇਹਨੂੰ ਔਲਾਦ ਕਿਹਾ ਜਾ ਸਕਦਾ ਹੈ। ਇਸ ਕਰਕੇ ਇਹ ਅਕਾਲ ਪੁਰਖ ਦੀ ਔਲਾਦ ਹੈ, ਸਾਨੂੰ ਅਕਾਲ ਪੁਰਖ ਦੀ ਮੌਜ ਵਿੱਚ ਖਾਲਸਾ ਪੈਦਾ ਹੋਇਆ ਹੈ। ਇਸ ਕਰਕੇ ਉਹਨਾਂ ਦੀ ਜਿਹੜੀ ਟਿੱਪਣੀ ਹੈ ਇਹ 100% ਗਲਤ ਹੈ। ਹੁਣੇ ਵੀਰ ਜੀ ਅਮਰਜੀਤ ਸਿੰਘ ਦੀ ਗੱਲ ਸਰਦਾਰ ਜਸਵਿੰਦਰ ਸਿੰਘ ਦੀ ਪਹਿਲਾਂ ਵੀ ਇੱਥੇ ਕੋਟ ਕਰਕੇ ਹਟੇ ਨੇ ਕਿ ਸਾਡਾ ਨਿਰਮਲ ਨਿਆਰਾਪਨ 1469 ਤੋਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ, ਤੇ ਜਾਂ ਉੱਥੇ ਅਸੀਂ ਦੇਖਦੇ ਸੁਲਤਾਨ ਲੋਧੀ ਦੀ ਧਰਤੀ 'ਤੇ ਉਹਨਾਂ ਨੇ ਬਾਹਰ ਨਿਕਲ ਕੇ ਕਿਹਾ ਨਾ ਮੈਂ ਹਿੰਦੂ ਨਾ ਮੁਸਲਮਾਨ ਦੀ ਗੱਲ ਕੀਤੀ ਸੀ, ਉਹ ਇੱਕ ਨਿਆਰੇਪਨ ਦਾ ਉਹਨੇ ਝੰਡਾ ਗੱਡ ਦਿੱਤਾ ਸੀ ਕਿ ਤੁਸੀਂ ਆਪਣਾ ਪੰਥ ਨਿਰਾਲਾ ਜਿਹੜਾ ਸੀ, ਉਸ ਨਿਰਾਲੇ ਪੰਥ ਨੂੰ ਨਿਰਾਲਾ ਰੱਖਣਾ ਹਰ ਸਿੱਖ ਦਾ ਧਰਮ ਹੈ। ਤੇ ਗੁਰੂ ਨੇ ਸਾਨੂੰ ਨਿਆਰੇਪਨ ਦੀ ਬੁਨਿਆਦ ਦੀ ਸੰਭਾਲ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਸਾਡੇ ਰਹਿਬਰ ਨੇ। ਇਸ ਕਰਕੇ ਉਸ ਵਿਚਾਰਧਾਰਾ ਨੂੰ ਛੱਡ ਕੇ ਕਲਪਤ ਵਿਚਾਰਧਾਰਾ ਨੂੰ ਉੱਥੇ ਪੇਸ਼ ਕਰਨਾ ਜਿਹਨੂੰ ਗੁਰੂ ਵਿਚਾਰਧਾਰਾ ਕਿਹਾ ਹੀ ਨਹੀਂ ਜਾ ਸਕਦਾ, ਤੇ ਇਹ ਮੰਨਦੇ ਕਿ ਇਕਬਾਲ ਸਿੰਘ ਨੇ ਬਹੁਤ ਵੱਡੀ ਗਲਤ ਗੱਲ ਕਰਕੇ ਪੰਥ ਨੂੰ ਬਹੁਤ ਵੱਡੇ ਅੱਜ ਜਵਾਬ ਦੇਣ ਲਈ ਮਜਬੂਰ ਕਰਨ ਵਿੱਚ ਕਟਹਿਰੇ 'ਚ ਖੜਾ ਕੀਤਾ। ਇਹ ਇਕਬਾਲ ਸਿੰਘ ਬਹੁਤ ਵੱਡੀ ਭੁੱਲ ਹੈ। ਉਹਨਾਂ ਨੇ ਗੱਲ ਜਦੋਂ ਕੀਤੀ ਗਈ ਸੀ, ਫੋਨ ਤੇ ਰਾਬਤਾ ਕਾਇਮ ਹੋਇਆ, ਉਹਨਾਂ ਨੇ ਆਖਿਆ ਕਿ ਇਹ ਇਤਿਹਾਸਕ ਸਰੋਤ ਹੀ ਸਾਡੇ ਦੱਸਦੇ ਆ ਕਿ ਲਵ ਕੁਸ਼ ਦੀ ਔਲਾਦ ਬਾਰੇ। ਇਤਿਹਾਸਕ ਸਰੋਤਾਂ ਦਾ ਜ਼ਿਕਰ ਕੀਤਾ ਉਹਨਾਂ ਨੇ। ਦੇਖੋ ਇਤਿਹਾਸਕ ਸਰੋਤ ਸਾਡੇ ਕੋਲ ਕੋਈ ਇੱਦਾਂ ਦਾ ਅਥੈਂਟਿਕ ਨਹੀਂ, ਜੋ ਕੁਝ ਅਸੀਂ ਪੜ੍ਹਿਆ ਹੈਗਾ ਸਾਨੂੰ ਉਹਨਾਂ 'ਤੇ ਜਿਹੜੀ ਚੀਜ਼ ਹੈ ਕਿ ਜਿਹੜੀ ਦੁਬਿਧਾ ਗ੍ਰਸਤ ਸਾਡੇ ਕੋਲ ਸਾਹਿਤ ਪਿਆ ਹੋਇਆ, ਭਾਵੇਂ ਉਹ ਗੁਰੂਆਂ ਦੇ ਨਾਂ 'ਤੇ ਪਿਆ ਹੋਇਆ, ਭਾਵੇਂ ਸਿੱਖਾਂ ਦੇ ਨਾਂ 'ਤੇ ਪਿਆ ਹੋਇਆ, ਉਹਨੂੰ ਅਸੀਂ ਨਿਰਣਾਇਕ ਤੌਰ 'ਤੇ ਅਸੀਂ ਮਾਨਤਾ ਨਹੀਂ ਦੇ ਸਕਦੇ। ਇਸ ਕਰਕੇ ਉਹ ਜਿਹਨੂੰ ਮਾਨਤਾ ਪੰਥ ਨੇ ਪੂਰੀ ਨਹੀਂ ਦਿੱਤੀ ਹੋਈ, ਤਾਂ ਉਹਨੂੰ ਨਿਰਣਾਇਕ ਤੌਰ 'ਤੇ ਵਰਤਣਾ ਜਿਹੜਾ ਹੈ ਨਾ, ਅਸੀਂ ਕਹਿੰਦੇ ਫਿਰ ਪੰਥ ਨਾਲ ਧੋਖਾ ਹੈ। ਇਸ ਕਰਕੇ ਜਿਨ੍ਹਾਂ ਨੂੰ ਸਰੋਤ ਦੱਸਦੇ ਪਏ ਨੇ ਉਹਦੇ ਬਾਰੇ ਪੰਥ ਜਿਹੜਾ ਉਹ ਨਿਰਣਾਇਕ ਤੌਰ 'ਤੇ ਮੰਨਣ ਲਈ ਤਿਆਰ ਨਹੀਂ ਹੈ ਕਿ ਸਾਡੇ ਗੁਰੂਆਂ ਦੀ ਕਿਰਤ ਹੈਗੀ। ਇਸ ਕਾਰਨ ਕਰਕੇ ਇਕਬਾਲ ਸਿੰਘ ਦੀ ਟਿੱਪਣੀ ਜਿਹੜੀ ਹੈ ਇਸ ਰੂਪ ਵਿੱਚ ਕਰਨੀ ਜਿਹੜੀ ਹੈ, ਅਸੀਂ ਫਿਰ ਮੰਨ ਕੇ ਚੱਲਦੇ ਹਾਂ ਕਿ ਪੰਥ ਦੇ ਬਗੈਰ ਮਨਸ਼ਾ ਤੋਂ ਬਿਆਨ ਦੇ ਕੇ ਉਹਨਾਂ ਨੇ ਪੰਥ ਨੂੰ ਬਹੁਤ ਵੱਡੇ ਸਵਾਲ ਸਾਹਮਣੇ ਖੜਾ ਕਰ ਦਿੱਤਾ। ਸਿੰਘ ਸਾਹਿਬ ਹੁਣ ਵੀ ਉਹ ਕਹਿੰਦੇ ਕਿ ਮੈਂ ਤਖਤ ਸਾਹਿਬ ਦਾ ਜਥੇਦਾਰ ਹੀ ਹਾਂ ਤੇ ਮੈਨੂੰ ਤਖਤ ਸਾਹਿਬ ਦੇ ਜਥੇਦਾਰ ਦਾ ਮਾਣ ਪ੍ਰਾਪਤ ਆ, ਤਾਂ ਹੀ ਕਰਕੇ ਨਰਿੰਦਰ ਮੋਦੀ ਨੇ ਮੈਨੂੰ ਉੱਥੇ ਬੁਲਾਇਆ। ਤੇ ਇਹ ਸਟੇਟਮੈਂਟ ਬਾਰੇ ਵੀ ਆਪਣੇ ਦੱਸ। ਨਹੀਂ, ਇਹ ਤਾਂ 100% ਝੂਠ ਹੈ। ਉੱਥੋਂ ਤਖਤ ਦਾ ਜਥੇਦਾਰ ਤੇ ਪਰਮਜੀਤ ਸਿੰਘ ਗੌਰ ਹੈ, ਉਹਨੂੰ ਤਖਤ ਸਾਹਿਬ ਦੀ ਕਮੇਟੀ ਨੇ ਲਾਇਆ। ਸਰਦਾਰ ਅਵਤਾਰ ਸਿੰਘ ਹੇਤੂ ਉੱਥੋਂ ਦੇ ਪ੍ਰਧਾਨ ਨੇ, ਔਰ ਉਹਨਾਂ ਨੇ ਜਦੋਂ ਨਿਯੁਕਤੀ ਕੀਤੀ ਹੈ, ਇਸ ਕਰਕੇ ਉਹ ਜਥੇਦਾਰ ਹੈ ਹੀ ਨਹੀਂ ਹੈ। ਅਤੇ ਫਿਰ ਨਾ ਹੁੰਦੇ ਆ ਜਥੇਦਾਰ ਸਾਹਿਬ ਕਹਿਣਾ, ਇਹ ਉਹਨਾਂ ਤੋਂ ਅਸੀਂ ਕਹਿੰਦੇ ਇਸ ਤੋਂ ਵਧੀਆ ਘਟੀਆ ਗੱਲ ਕੋਈ ਨਹੀਂ ਹੋ ਸਕਦੀ। ਸਿੰਘ ਸਾਹਿਬ ਹੋਰ ਕੋਈ ਗੱਲ ਕਰਦਾ ਜਦੋਂ ਤੇ ਅਕਾਲ ਤਖਤ ਸਾਹਿਬ ਦਾ ਤਲਬ ਕਰ ਲਿਆ ਜਾਂਦਾ ਵਾ, ਉਹਨੂੰ ਸਜ਼ਾਵਾਂ ਲਾ ਦਿੱਤੀਆਂ ਜਾਂਦੀਆਂ ਵਾ, ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਵੀ ਇੱਥੇ ਤਲਬ ਕਰਕੇ ਪੁੱਛਣਾ ਚਾਹੀਦਾ ਕਿ ਇਹ ਕਿਉਂ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ? ਵੈਸੇ ਲੱਗਦਾ ਹੀ ਨਹੀਂ ਹੈ ਸਾਨੂੰ। ਅਸੀਂ ਕਹਿੰਦੇ ਅਕਾਲ ਤਖਤ ਨੂੰ ਬਿਨਾਂ ਦੇਰੀ ਤੋਂ ਉਹਨੂੰ ਸੱਦਣਾ ਚਾਹੀਦਾ ਹੈ, ਉਹਦੇ ਕੋਲ ਸਾਰੇ ਗੱਲ ਸਪਸ਼ਟੀਕਰਨ ਲੈਣੇ ਚਾਹੀਦੇ ਨੇ, ਔਰ ਉਹਨੂੰ ਆਉਣ ਵਾਲੇ ਸਮੇਂ 'ਚ ਪਾਬੰਦ ਕਰਨਾ ਚਾਹੀਦਾ। ਕਿਰਤਾਂ ਦੀ ਟਿੱਪਣੀ ਕਰਕੇ ਪੰਥ ਦੀ ਹੇਠੀ ਕਰਨ ਦਾ ਉਹਦੇ ਕੋਲ ਕੋਈ ਅਧਿਕਾਰ ਨਹੀਂ ਹੈ। ਉਹ ਪਹਿਲਾਂ ਹੀ ਬਹੁਤ ਵੱਧ ਘੱਟ ਬੋਲਦਾ ਰਹਿੰਦਾ, ਅਤੇ ਇਸ ਕਰਕੇ ਅੱਜ ਦੀ ਗੱਲ ਨੂੰ ਲੈ ਕੇ ਸਾਨੂੰ ਉਹਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਉਹ ਜਾਂ ਕਵੇ ਕਿ ਮੈਂ ਹਿੰਦੂ ਹਾਂ ਅਤੇ ਉਹਨੂੰ ਸਿੱਖੀ ਛੱਡ ਕੇ ਪਾਸੇ ਹੋ ਕੇ ਆਪਣੀ ਗੱਲ ਕਰਦਾ ਰਹੇ। ਜੋ ਸਿੱਖ ਹੈ ਤਾਂ ਉਹਨੂੰ ਸਿੱਖਾਂ ਦੀ ਮਰਜ਼ਾਦਾ ਤੋਂ ਅੱਗੇ ਪਿੱਛੇ ਜਾ ਕੇ ਕੋਈ ਕਹਿਣ ਦਾ ਅਧਿਕਾਰ ਨਹੀਂ ਹੈਗਾ। ਹਮੇਸ਼ਾ ਹੀ ਉਹ ਜਦੋਂ RSS ਦੀ ਸਟੇਜ ਹੁੰਦੀ ਆ ਉਹ ਸਾਂਝੀ ਕਰਦੇ ਆ। ਅੱਜ ਆਪਾਂ ਥੋੜ੍ਹਾ ਪਿੱਛੇ ਚੱਲਦੇ ਹਾਂ ਤਾਂ ਇੱਕ ਵਾਰੀ ਅਕਾਲ ਚੈਨਲ ਦੇ ਨਾਲ ਪਹਿਲਾਂ ਵੀ ਰਾਬਤਾ ਕਾਇਮ ਹੋਇਆ ਸੀ, ਜਿਹਦੇ ਤੋਂ ਬਾਅਦ ਵਿੱਚ ਸਾਨੂੰ ਟਾਈਮ ਦੇਣਾ ਬਹੁਤ ਘੱਟ ਟਾਈਮ ਦਿੰਦੇ ਆ ਉਹ। ਫਿਰ ਵੀ ਜਦੋਂ RSS ਦੀ ਗੱਲ ਹੋਊਗੀ ਤੇ ਉਹ ਜਵਾਬ ਦੇ ਜ਼ਰੂਰ ਹੋਣਗੇ। ਉੱਥੇ ਵੀ ਗੱਲ ਕੀਤੀ ਸੀ, ਤੇ ਉਹ ਹਮੇਸ਼ਾ ਹੀ ਇਹਨਾਂ ਸਟੇਜਾਂ ਤੇ ਜਾ ਕੇ ਕੋਈ ਨਾ ਕੋਈ ਇਹੋ ਜਿਹਾ ਮੁੱਦਾ ਬਣਾ ਕੇ ਪੇਸ਼ ਕਰਦੇ ਜਿੱਥੇ ਕਿ ਪੰਥ ਨੂੰ ਨੀਵਾਂ ਦਿਖਾਇਆ ਜਾ ਰਿਹਾ। ਨਹੀਂ, ਉਹ ਹੈ ਹੀ RSS ਦਾ ਪੱਕਾ ਨੁਮਾਇੰਦਾ ਜੀ। ਜਿਹੜੀ ਉਹਨਾਂ ਦੇ ਸਮਰਥਕ ਨੇ, ਉਹਨਾਂ ਸਮਰਥਕਾਂ ਵਿੱਚ ਗਿਆਨੀ ਪੂਰਨ ਸਿੰਘ ਦਾ ਨਾਮ, ਇਕਬਾਲ ਸਿੰਘ ਦਾ ਨਾਮ, ਗੁਰਸ਼ਰਨ ਸਿੰਘ ਲਾਂਬਾ ਦਾ ਨਾਮ, ਇਹ ਇਤਿਹਾਸ ਸਾਰੇ ਨਾਮ ਸ਼ਾਮਲ ਨੇ। ਅਤੇ ਉਹਨਾਂ ਵਿੱਚ ਇਸ ਕਰਕੇ ਇਕਬਾਲ ਸਿੰਘ ਵੈਸੇ ਤਾਂ ਪੰਥ ਦਾ ਨੁਮਾਇੰਦਾ ਮੰਨਦਾ ਹੀ ਨਹੀਂ ਹੈ। ਉਹ ਤਾਂ ਨੁਮਾਇੰਦਾ ਹੀ ਉਹਨਾਂ ਦਾ।
ਉਹ ਕਹਿੰਦੇ ਮੈਂ ਕੋਰਟ ਦੇ ਵਿੱਚ ਜੇ ਕੋਈ ਫੈਸਲਾ ਨਹੀਂ ਆਇਆ ਮੇਰਾ ਤਖਤ ਸਾਹਿਬ ਦਾ ਜਥੇਦਾਰ ਹਾਂ ਮੈਂ। ਦੋਸ਼ੀ ਐਸੇ ਕਰਕੇ ਨੇ, ਉਹ ਆਰਐਸਐਸ ਦਾ ਨੁਮਾਇੰਦਾ ਹੈ। ਆਪਾਂ ਪਹਿਲੀ ਗੱਲ ਤੇ ਗੱਲ ਕਹੀਏ, ਉਹ ਪੰਥ ਦਾ ਨੁਮਾਇੰਦਾ ਨਹੀਂ ਹੈ। ਜੇ ਦੂਜੇ ਕੋ ਉੱਥੇ ਕੋਰਟ ਤੋਂ ਕੋਈ ਨਾਂ ਨਹੀਂ, ਕੋਰਟ ਫੈਸਲਾ ਕਰ ਹੀ ਨਹੀਂ ਸਕਦੀ, ਫੈਸਲਾ ਅਕਾਲ ਤਖਤ ਕਰ ਸਕਦਾ ਹੈ। ਇਸ ਕਰਕੇ ਪੰਥ ਨੇ ਜਥੇਬੰਦੀ ਨੇ ਫੈਸਲਾ ਕਰਕੇ ਉਹਨੂੰ ਜਥੇ ਤੋਂ ਲਾ ਦਿੱਤਾ ਹੈ ਤੇ ਭਾਈ ਰਣਜੀਤ ਸਿੰਘ ਜਥੇ ਤੇ ਬਣਾ ਦਿੱਤਾ, ਇਸ ਦਾ ਜਥੇਦਾਰ ਨਹੀਂ। ਕੋਰਟ 'ਚ ਕੇਸ ਕਿਹਨੇ ਕੀਤਾ ਫਿਰ ਇਹਦੇ ਬਾਰੇ? ਇਹਨੇ ਕੀਤਾ ਹੋਊਗਾ। ਇਹਨੇ ਕੀਤਾ ਹੋਏਗਾ, ਆਪਣੇ ਸਮਰਥਕੋਂ ਕੋ ਕਰਵਾਇਆ ਹੋਏਗਾ ਤੇ ਸਿਰ ਕੌਮ ਨੂੰ ਧੋਖਾ ਦੇਣ ਵਾਸਤੇ ਤੇ ਆਪਣੀ ਖੁਸ਼ਾਮਦੀ ਵਾਸਤੇ ਕੀਤਾ ਉਹਨਾਂ ਸਭ ਕੁਝ। ਨਰਿੰਦਰ ਮੋਦੀ ਦੇ ਬਿਆਨ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਜਸਵਿੰਦਰ ਸਿੰਘ ਸਾਡੇ ਨਾਲ ਹੈਗੇ ਐਡਵੋਕੇਟ ਸਾਹਿਬ। ਸਮੇਂ-ਸਮੇਂ ਤੇ ਆਪਾਂ ਵਿਚਾਰ ਚਰਚਾ ਵੇਖਦੇ ਰਹਿੰਦੇ ਹਾਂ ਤੇ ਸੋਸ਼ਲ ਮੀਡੀਆ ਤੇ ਵਧੀਆ ਕਾਰਜ ਇਹਨਾਂ ਦੇ ਹੁੰਦੇ ਆ, ਸੋਸ਼ਲ ਮੀਡੀਆ ਤੇ ਬੜੇ ਐਕਟਿਵ ਹੈਗੇ ਆ। ਤੁਸੀਂ ਇਹਨਾਂ ਬਿਆਨ ਨੂੰ ਕਿਵੇਂ ਵੇਖਦੇ ਆ? ਦੇਖੋ ਇਸ ਤਰ੍ਹਾਂ ਹੈ ਕਿ ਮੈਂ ਨਰਿੰਦਰ ਮੋਦੀ ਦਾ ਜਿਹੜਾ ਬਿਆਨ ਹੈ, ਸਿੱਖਾਂ ਦੇ ਖਿਲਾਫ ਉਹਨਾਂ ਦੀ ਪਛਾਣ, ਉਹਨਾਂ ਦੀ ਆਈਡੈਂਟੀਟੀ ਦੇ ਉੱਤੇ ਜਿਹੜੇ ਲੰਮੇ ਸਮੇਂ ਤੋਂ ਹਮਲੇ ਹੁੰਦੇ ਆ ਰਹੇ ਨੇ, ਉਸ ਗੱਲ ਦਾ ਮੈਂ ਇਹਨੂੰ ਐਪੀਟੋਮ ਮੰਨਦਾ ਕਿ ਇਹ ਸਾਰਿਆਂ ਨਾਲੋਂ ਸਿਖਰ ਦਾ ਹਮਲਾ। ਕਿਉਂਕਿ ਇਸ ਰੁਤਬੇ ਤੇ ਬੈਠਾ ਵਿਅਕਤੀ ਜਦੋਂ ਕਿਸੇ ਗੱਲ ਨੂੰ ਕੋਟ ਕਰਦਾ ਹੈ ਤੇ ਸਧਾਰਨ ਲੋਕੀ ਇਹ ਗੱਲ ਸਮਝਦੇ ਨੇ ਕਿ ਇਹ ਗੱਲ ਕਹੀ ਗਈ ਸੱਚ ਕਹੀ ਹੋਏਗੀ, ਪ੍ਰਧਾਨ ਮੰਤਰੀ ਝੂਠ ਨਹੀਂ ਬੋਲ ਰਿਹਾ। ਇਹਦਾ ਮਤਲਬ ਹੈ ਕਿ ਸਾਨੂੰ ਆਪਣੇ ਘਰ ਵੱਲ ਝਾਤੀ ਮਾਰਨੀ ਪੈਣੀ ਹੈ ਕਿ ਪ੍ਰਧਾਨ ਮੰਤਰੀ ਜਿਹੜੀ ਗੱਲ ਨੂੰ ਕੋਟ ਕਰ ਰਿਹਾ ਉਹ ਗੱਲ ਨੂੰ ਸਾਨੂੰ ਸਮਝਣਾ ਪੈਣਾ। ਪਹਿਲੀ ਗੱਲ ਤੇ ਪ੍ਰਧਾਨ ਮੰਤਰੀ ਕਹਿੰਦਾ ਗੋਬਿੰਦ ਰਾਮਾਇਣ। ਗੋਬਿੰਦ ਰਾਮਾਇਣ ਨਾਂ ਦਾ ਕੋਈ ਵੀ ਟਾਈਟਲ ਨਾਲ ਗੱਲ ਜਿਹੜੀ ਆ ਉਹ ਸਿੱਖ ਲਿਟਰੇਚਰ ਕਿਸੇ ਚੋਂ ਮਿਲਦੀ ਨਹੀਂ ਹੈ। ਜਸਵਿੰਦਰ ਜੀ, ਮੈਂ ਤੁਹਾਡੀ ਗੱਲ ਰੋਕਦਾ। ਕੁਝ ਇਤਿਹਾਸਕ ਸਰੋਤ ਹੈ, ਜਿਵੇਂ ਸਿੰਘ ਸਾਹਿਬ ਨਾਲ ਵੀ ਗੱਲ ਕਰੂੰਗੇ ਇਹਦੇ ਵਾਸਤੇ, ਕੁਝ ਇਤਿਹਾਸਕ ਸਰੋਤ ਹੈਗੇ ਆ ਜਿਹਦੇ ਵਿੱਚ ਗੋਬਿੰਦ ਰਾਮਾਇਣ ਦਾ ਜ਼ਿਕਰ ਕੀਤਾ ਹੋਇਆ, ਉਹਦੇ ਬਾਰੇ? ਨਹੀਂ, ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਹੜੇ ਇਤਿਹਾਸਕ ਸਰੋਤ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ 'ਚ ਰਾਮਾ ਅਵਤਾਰ ਦਾ ਟਾਈਟਲ ਹੈ, ਪਰ ਉਹਨੂੰ ਵੀ ਉਲੱਥਾ ਮੰਨਿਆ ਜਾਂਦਾ। ਉਹਦੇ 'ਤੇ ਵੀ ਕੌਮ ਦੇ ਵੱਡੇ ਹਿੱਸੇ ਦਾ ਕਿੰਤੂ ਹੈ ਕਿ ਇਹ ਗੁਰੂਕ੍ਰਿਤ ਨਹੀਂ ਹੈ। ਠੀਕ ਹੈ ਜੀ, ਉਲੱਥਾ ਵੀ ਗੁਰੂਕ੍ਰਿਤ ਨਹੀਂ ਹੈ। ਪਰ ਜੇ ਤੁਸੀਂ ਉਹਨੂੰ ਵੀ ਆਧਾਰ ਮੰਨ ਕੇ ਕੋਈ ਗੱਲ ਕਰਨਾ ਚਾਹੋ ਤਾਂ ਉਹਦੇ ਥੱਲੇ ਜਿਹੜਾ ਦੋਹਰਾ ਹੈ ਉਹ ਹੈਗਾ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਇਹਨੂੰ ਨਾਲ ਪੜ੍ਹੋ। ਫਿਰ ਨਰਿੰਦਰ ਮੋਦੀ ਜੀ ਨੂੰ ਇਹ ਕਿਸੇ ਨੇ ਪੜ੍ਹਾਇਆ ਕਿਉਂ ਨਹੀਂ? ਠੀਕ ਹੈ, ਹੁਣ ਗੱਲ ਇਹ ਹੈ ਕਿ ਇਹਦਾ ਜਵਾਬ ਕੌਮੀ ਤੌਰ ਦੇ ਉੱਤੇ ਸਾਨੂੰ ਦੇਣਾ ਬਣਦਾ। ਇਹਦੇ ਅੱਜ ਨਰਿੰਦਰ ਮੋਦੀ ਕੀ ਕਹਿੰਦਾ ਹੈ, ਇਹਦਾ ਅੱਜ ਸ਼ਾਇਦ ਸਿੱਖਾਂ ਨੂੰ, ਅੱਜ ਦੇ ਸਿੱਖਾਂ ਨੂੰ, ਕਿਉਂਕਿ ਅਸੀਂ ਬੀਜੇਪੀ ਆਰਐਸਐਸ ਦੀ ਐਕਟੀਵਿਟੀਜ਼ ਨੂੰ ਵਾਚ ਕਰ ਰਹੇ ਹਾਂ ਅਤੇ ਸ਼ਾਇਦ ਬਹੁਤਾ ਅਸਰ ਨਹੀਂ ਮਹਿਸੂਸ ਕਰ ਰਹੇ। ਪਰ ਜਦੋਂ ਡਾਊਨ ਦਾ ਲੇਨ ਆਫਟਰ 50 ਈਅਰਸ ਤੁਹਾਡੇ ਇਹ ਵਿਵਾਦਿਤ ਗ੍ਰੰਥ, ਵਿਵਾਦਿਤ ਲਿਟਰੇਚਰ ਤੁਹਾਡਾ ਅਤੇ ਨਰਿੰਦਰ ਮੋਦੀ ਦਾ ਬਿਆਨ ਇਕੱਠੇ ਜੁੜ ਕੇ ਤੁਹਾਡੀਆਂ ਪੀੜ੍ਹੀਆਂ ਲਈ ਚੁਣੌਤੀ ਬਣਨਗੇ ਅਤੇ ਉਦੋਂ ਤੁਸੀਂ ਦੰਦਾਂ ਥੱਲੇ ਉਂਗਲਾਂ ਦੇ ਕੇ ਰੋਵੋਗੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਕੋਸਣਗੀਆਂ ਅਤੇ ਪ੍ਰਬੰਧਕਾਂ ਨੂੰ ਵੀ ਕੋਸਣਗੀਆਂ। ਇਹ ਬੜਾ ਵੱਡਾ ਮੁੱਦਾ ਹੈ, ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਅੱਜ ਹੀ ਇਹਦਾ ਬੰਨ੍ਹ ਨੂੰ ਬੰਨ੍ਹਣਾ ਚਾਹੀਦਾ ਹੈ ਅਤੇ ਅਸੀਂ ਇਹ ਆਸ ਕਰਦੇ ਹਾਂ ਕਿ ਜਿਹੜੀਆਂ ਕੌਮ ਦੀਆਂ ਨੁਮਾਇੰਦਾ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਅਖਵਾਉਂਦੀਆਂ ਅਤੇ ਹਰ ਵਾਰੀ ਦਾਅਵਾ ਧਰ ਦਿੰਦੀਆਂ, ਅੱਜ ਉਹ ਬਾਹਰ ਆਉਣ ਅਤੇ ਇਸ ਮੁੱਦੇ ਦੇ ਉੱਤੇ ਡਿਬੇਟ ਕਰਨ, ਉਹ ਆਪਣਾ ਪੱਖ ਰੱਖਣ। ਅਸੀਂ ਵੀ ਰੱਖਦੇ ਹਾਂ, ਅਸੀਂ ਇਸ ਗੱਲ ਦੇ ਉੱਤੇ ਸਹਿਯੋਗ ਕਰਨ ਨੂੰ ਤਿਆਰ ਹਾਂ ਕਿ ਭਵਿੱਖ ਦੇ ਵਿੱਚ ਚੁਣੌਤੀਆਂ ਕਿਹੋ ਜਿਹੀਆਂ ਆ ਸਕਦੀਆਂ। ਅੱਜ ਰਾਮ ਜਨਮ ਭੂਮੀ ਦਾ ਫੈਸਲਾ ਜਦੋਂ ਸੁਪਰੀਮ ਕੋਰਟ ਕਰਦੀ ਹੈ, ਉਹ 'ਚ ਕਲਟ ਕਿਹਾ ਜਾਂਦਾ ਹੈ। ਠੀਕ ਹੈ ਜੀ, ਹੁਣ ਸਿੱਖ ਤਾਂ ਧਰਮ ਹੈ, ਕਲਟ ਨਹੀਂ ਹੈ। ਦੂਜੇ ਬੰਨੇ ਉੱਥੇ ਇੱਕ ਜਿਹੜੀ FIR ਹੈ ਕਿ ਨਿਹੰਗਾਂ ਨੇ ਜਾ ਕੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਵੀ ਆਧਾਰ ਬਣਾਇਆ ਜਾਂਦਾ। ਪਰ ਕਿਸੇ ਸਿੱਖ ਵਿਦਵਾਨ ਨੂੰ ਸੁਪਰੀਮ ਕੋਰਟ ਨੇ ਕੰਸਲਟ ਕਰਨਾ ਵਾਜਬ ਨਹੀਂ ਸਮਝਿਆ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਉਸ ਤੋਂ ਬਾਅਦ ਉਹਦੇ 'ਚ ਆਪਣੇ ਆਪ ਨੂੰ ਇਸ ਜੱਜਮੈਂਟ ਨੂੰ ਦੀ ਇਸ ਗੱਲ ਨੂੰ ਰਿਵਿਊ ਕਰਵਾਉਣ ਦੇ ਲਈ ਕੋਈ ਪਟੀਸ਼ਨ ਨਹੀਂ ਪਾਈ। ਇਹ ਵੀ ਆਪਣੇ ਆਪ 'ਚ ਇੱਕ ਕੁਐਸਚਨ ਮਾਰਕ ਖੜਾ ਹੁੰਦਾ। ਹੁਣ ਤੁਸੀਂ ਦੇਖੋ ਉਹ ਗੱਲ ਉਦੋਂ ਕਿੱਦਾਂ ਵਾਪਰੀ ਜੇ ਉਦੋਂ ਦੇ ਜਾਗਰੂਕ ਸਿੱਖਾਂ ਨੇ ਨਿਹੰਗਾਂ ਦੀ ਜਿਨ੍ਹਾਂ ਨੇ ਉੱਥੇ ਜਾ ਕੇ ਕੀਤਾ ਉਸ ਗੱਲ ਨੂੰ ਰਿਬਟ ਕੀਤਾ ਹੁੰਦਾ ਅਤੇ ਅੱਜ ਦੋਵੇਂ ਰਿਕਾਰਡ ਪੈਰਲਲ ਹੁੰਦੇ ਅਤੇ ਸੁਪਰੀਮ ਕੋਰਟ ਨੂੰ ਫੈਸਲਾ ਲੈਣਾ ਔਖਾ ਹੋ ਜਾਣਾ ਸੀ। ਠੀਕ ਹੈ, ਇਹੀ ਗੱਲ ਅੱਜ ਤੋਂ 50 ਸਾਲ ਬਾਅਦ ਹੋਏਗੀ। ਮੈਂ ਤਾਂ ਇੱਥੇ ਤੱਕ ਨੇ ਇਹ ਗੱਲ ਸਮਝਦਾ ਕਿ ਜਿਹੜੇ ਨਾਮਧਾਰੀਆਂ ਦੀ ਗੱਲ ਚੱਲਦੀ ਹੈ, ਜਦੋਂ ਉਹ ਜਿਸ ਢੰਗ ਦੇ ਨਾਲ ਸਿੱਖੀ, ਤੁਸੀਂ ਦੇਖੋ ਉਹ ਦਰਬਾਰ ਸਾਹਿਬ ਵੀ ਆ ਜਾਂਦੇ ਆ, ਉਹ ਅਕਾਲ ਤਖਤ 'ਤੇ ਵੀ ਚਲੇ ਜਾਂਦੇ ਆ, ਉਹ ਗੁਰਬਾਣੀ ਦੇ ਗੁਟਕੇ ਵੀ ਛਾਪ ਰਹੇ ਆ, ਉਹ 'ਚ 14 ਗੁਰੂਆਂ ਦੀ ਗੱਲ ਵੀ ਜਿਹੜੇ ਆ ਉਹ ਕਰ ਰਹੇ ਨੇ। ਇਤਿਹਾਸ ਨੇ ਜਦੋਂ ਅਗਲੇ ਆਉਣ ਵਾਲੇ ਸਮੇਂ 'ਚ ਇਹ ਸਾਰੇ ਰੈਫਰੈਂਸਿਸ ਕਰਦੇ ਹੋਏ ਉਹ ਅੱਜ RSS ਨਾਲ ਖੜੇ ਨੇ, ਨਜ਼ਰ ਆ ਰਹੇ ਨੇ ਉਹਨਾਂ ਦੀਆਂ ਤਸਵੀਰਾਂ।
ਤੇ ਕਿਤੇ ਇਹ ਨਾ ਹੋਏ ਕਿ ਕਿਸੇ ਕਾਨੂੰਨੀ ਦਾਅ ਪੇਚ ਦੇ ਵਿੱਚ ਅਸੀਂ ਆਪਣੇ ਤਖਤ ਦੀ ਇਸ ਸੀਟ ਨੂੰ ਕੱਲ ਨੂੰ ਉਹ ਕਲੇਮ ਕਰਨ ਲੱਗ ਪੈਣ ਕਿ ਅਸੀਂ ਤਾਂ ਗੁਰੂ ਚਲੇ ਆ ਰਹੇ ਹਾਂ। ਤੇ ਇਹ ਤਾਂ ਦੱਸੋ ਜੀ। ਤੇ ਇਹਦਾ ਮਤਲਬ ਇਹ ਕੀ ਹੈਗਾ ਕਿ ਸਾਨੂੰ ਅੱਜ ਸਾਰੇ ਬੰਨ ਨੂੰ ਬੰਨਣੇ ਪੈਣਗੇ। ਅਦਾਲਤਾਂ, ਸਾਡਾ ਸੰਵਿਧਾਨ, ਅੱਜ ਸੰਵਿਧਾਨ ਨਜ਼ਰ ਨਹੀਂ ਆ ਰਿਹਾ। ਦੇਖੋ ਸੰਵਿਧਾਨ ਸਾਡਾ ਜਿਹੜਾ ਉਹ ਇਨਕਲੂਸਿਵ ਹੈ, ਉਹ 'ਚ ਹਰ ਵਿਅਕਤੀ ਦੀ ਗੱਲ ਹੈ। ਵੀ ਦ ਪੀਪਲ ਆਫ ਇੰਡੀਆ। ਅੱਜ ਵੀ ਦਾ ਮਤਲਬ ਹੈ ਸਾਰੇ, ਉਹ 'ਚ ਕਾਸਟ, ਕਰੀਡ, ਕਲਰ, ਰਿਲੀਜਨ ਦੀ ਗੱਲ ਨਹੀਂ ਹੈ, ਹੈ ਨਾ। ਉਹਨੂੰ ਇਹਨਾਂ ਨੇ ਭੰਨ ਹੀ ਦਿੱਤਾ। ਅੱਜ ਜਿਹੜੀ ਆਈਡੀਓਲੋਜੀ ਵੱਲ ਦੇਸ਼ ਵੱਧ ਰਿਹਾ, ਮਾਈਨੋਰਟੀਜ਼ ਦਾ ਸਾਹ ਘੁੱਟ ਰਿਹਾ, ਹੈ ਨਾ। ਉਹ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਦੇ ਉੱਤੇ ਇੱਕ ਕੰਟੈਂਪਟ ਕੋਰਟ ਜਿਹੜੀ ਹੈ, ਕੋਰਟ ਆਫ ਕੰਟੈਂਪਟ ਜਿਹੜੀ ਹੈ, ਸੂਓ ਮੋਟੋ ਸੁਪਰੀਮ ਕੋਰਟ ਨੇ ਸ਼ੁਰੂ ਕਰ ਦਿੱਤੀ। ਉਹਨਾਂ ਨੇ ਉਹਦੇ ਜਵਾਬ ਦੇ ਵਿੱਚ ਜਿਹੜੇ ਐਫੀਡੇਵਿਟ ਦਿੱਤਾ, ਉਹ ਐਫੀਡੇਵਿਟ 'ਚ ਜਿਹੜੀਆਂ ਉਹਨਾਂ ਨੇ ਕੋਤਾਹੀਆਂ ਸੁਪਰੀਮ ਕੋਰਟ ਦੀਆਂ ਗਿਣਾਈਆਂ ਨੇ ਕਿ ਪਿਛਲੇ ਚੀਫ ਜਸਟਿਸਿਸ ਨੇ ਕਿਹੜੀਆਂ ਕੋਤਾਹੀਆਂ ਕੀਤੀਆਂ, ਕਿਹੜੇ ਫੈਸਲੇ ਕਿੰਤੂ ਪੂਰਵਕ ਨੇ। ਉਹ 'ਚ ਰਾਮ ਜਨਮ ਭੂਮੀ ਦਾ ਫੈਸਲਾ ਵੀ ਹੈ ਨਾ। ਅਸੀਂ ਇਸ ਲੈਵਲ ਤੇ ਉੱਤੇ ਪਹੁੰਚ ਕੇ ਸਿੱਖਾਂ ਦੀ ਜਿਹੜੀ ਹੈ ਉਹ ਸਾਡੀ ਵਿਦਵਤਾ ਜਿਹੜੀ ਹੈ ਆਪਸ 'ਚ ਲੜਨ ਤੱਕ, ਇਹ ਡੇਰਾ ਠੀਕ ਨਹੀਂ ਹੈ, ਬੰਦਾ ਠੀਕ ਨਹੀਂ ਹੈ, ਫਲਾਣਾ ਠੀਕ ਨਹੀਂ। ਮੈਨੂੰ ਲੱਗਦਾ ਕਿ ਸਾਨੂੰ ਇਹਦੇ ਤੋਂ ਉੱਭਰ ਕੇ ਇਸ ਚੈਲੰਜ ਨੂੰ ਐਕਸੈਪਟ ਕਰਨਾ ਚਾਹੀਦਾ। ਸੁੰਦਰ ਸਿੰਘ ਜੀ, ਤੁਸੀਂ ਲੜਾਈ ਦੀ ਗੱਲ ਕੀਤੀ ਹੈ। ਬੇਸ਼ੱਕ ਅਸੀਂ ਆਪਸ ਉਲਝਦੇ ਰਹਿੰਦੇ ਹਾਂ, ਪਰ ਉਲਝਾਇਆ ਵੀ ਕਿਤੇ ਨਾ ਕਿਤੇ ਜਾ ਰਿਹਾ। ਹੁਣ ਗਿਆਨੀ ਇਕਬਾਲ ਸਿੰਘ ਦੀ ਆਪਾਂ ਗੱਲ ਕਰੀਏ, ਤਖਤ ਪਟਨਾ ਸਾਹਿਬ ਦੇ ਜਥੇਦਾਰ ਰਹੇ ਆ, ਹੁਣ ਵੀ ਆਪਣੇ ਆਪ ਨੂੰ ਜਥੇਦਾਰ ਹੀ ਮੰਨ ਰਹੇ ਕਿ ਮੈਂ ਹੁਣ ਦਾ ਵੀ ਜਥੇਦਾਰ ਹਾਂ ਅਤੇ ਜੋ ਮਰਜ਼ੀ ਤੁਹਾਨੂੰ ਬੋਲ ਕੇ ਕਹੂੰਗਾ ਅਤੇ ਤੁਸੀਂ ਉਹਦੇ 'ਤੇ ਪਹਿਰਾ ਵੀ ਦੇਣਾ, ਇਹੋ ਗੱਲ ਕਹਿ ਸਕਦੇ ਹਾਂ। ਅਤੇ ਜਿਹਦੇ ਵਿੱਚ ਉਹਨੇ ਸਾਫ਼ ਹੀ ਕਿਹਾ ਕਿ ਲਵ ਕੁਸ਼ ਦੀ ਸਿੱਖ ਔਲਾਦ। ਮੈਨੂੰ ਇੱਦਾਂ ਲੱਗਦਾ, ਦੇਖੋ ਮੈਂ ਜਿੱਦਣ ਅੰਮ੍ਰਿਤ ਛਕਿਆ ਅਤੇ ਮੈਨੂੰ ਇਹ ਗੱਲ ਪੰਜਾਂ ਪਿਆਰਿਆਂ ਨੇ ਸਮਝਾ ਦਿੱਤੀ, ਤੇਰੀ ਪਿਛਲਾ ਕੁੱਲ ਜਿਹੜਾ ਉਹ ਸਾਰਾ ਕੋਈ ਨਾਸ, ਜਾਤ ਪਾਤ ਨਾਸ, ਅਤੇ ਅੱਜ ਤੋਂ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਠੀਕ ਹੈ ਜੀ। ਅਤੇ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਆਪਣੇ ਆਪ ਨੂੰ ਮੰਨਦਾ। ਇਕਬਾਲ ਸਿੰਘ ਫਿਰ ਨਹੀਂ ਮੰਨਦੇ ਹੋਣਗੇ? ਇਕਬਾਲ ਸਿੰਘ ਹੋ ਸਕਦਾ ਲਵ ਕੁਸ਼ ਦੀ ਔਲਾਦ ਹੋਵੇ, ਹੈ ਨਾ, ਮੈਂ ਨਹੀਂ ਹਾਂ। ਅਤੇ ਹਰ ਸਿੱਖ ਜਿਹੜਾ ਚੇਤਨ ਹੈ ਉਹ ਲਵ ਕੁਸ਼ ਦੀ ਔਲਾਦ ਨਹੀਂ ਹੈ। ਮੇਰਾ ਨਰਾਦਰ ਨਹੀਂ ਹੈ ਨਾ ਲਵ ਪ੍ਰਤੀ, ਨਾ ਕੁਸ਼ ਪ੍ਰਤੀ, ਨਾ ਕਿਸੇ ਧਰਮ ਦੇ ਕਿਸੇ ਵੀ ਵਿਅਕਤੀ ਪ੍ਰਤੀ। ਉਹ ਉਹਨਾਂ ਲਈ ਸਤਿਕਾਰਯੋਗ ਨੇ ਅਤੇ ਮੇਰੇ ਲਈ ਵੀ ਉਨੇ ਹੀ ਸਤਿਕਾਰਯੋਗ ਨੇ, ਪਰ ਮੈਂ ਉਹਨਾਂ ਦੀ ਆਈਡੀਓਲੋਜੀ ਨੂੰ ਨਹੀਂ ਮੰਨਦਾ। ਮੈਂ ਆਈਡੀਓਲੋਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ, ਹੈ ਨਾ। ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਾਡੇ 'ਚ ਨਾ ਸਾਨੂੰ ਇਹ ਗੱਲ ਪਾ ਦਿੱਤੀ ਜਾਂਦੀ ਹੈ। ਦੇਖੋ ਮੇਰੀ ਅੱਜ ਸਵੇਰੇ ਕਿਸੇ ਨਾਲ ਗੱਲ ਚੱਲ ਰਹੀ ਸੀ, ਮੇਰਾ ਬੜਾ ਪਿਆਰਾ ਹਿੰਦੂ ਵੀਰ ਆ ਉਹ। ਮੈਂ ਕਿਹਾ ਤੁਸੀਂ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਜੀ, ਮੈਂ ਅਖੰਡ ਪਾਠ ਸਾਹਿਬ ਕਰਦਾ, ਸਹਿਜ ਪਾਠ ਕਰਦਾ, ਤੁਸੀਂ ਆਉਂਦੇ ਹੋ, ਤੁਸੀਂ ਆਪਣੇ ਘਰ ਕੋਈ ਆਪਣੀ ਰੀਤੀ ਮੁਤਾਬਕ ਕੁਝ ਕਰਦੇ ਹੋ ਅਤੇ ਮੈਨੂੰ ਤੁਸੀਂ ਸੱਦੋ ਅਤੇ ਮੈਂ ਵੀ ਆਉਂਦਾ, ਹੈ ਨਾ। ਮੈਂ ਕਿਹਾ ਸਾਡੀ ਭਾਈਚਾਰਕ ਸਾਂਝ ਕਦੋਂ ਵਿਗੜੀ ਹੈ? ਕਿ ਆਪਣੇ ਧਰਮ ਨੂੰ ਦੂਜੇ 'ਤੇ ਲੱਦਣਾ ਜਿਹੜਾ ਇਹ ਧਰਮ ਦੀ ਆਈਡੀਓਲੋਜੀ ਹੋ ਸਕਦੀ ਹੈ? ਨਹੀਂ ਹੋ ਸਕਦੀ, ਠੀਕ ਹੈ। ਅਤੇ ਜਦੋਂ ਤੁਸੀਂ ਆਪਣੇ ਧਰਮ ਨੂੰ ਸ੍ਰੇਸ਼ਟ ਕਹਿਣ ਨਾਲ ਲੜਾਈ ਲੜਨ ਲੱਗ ਪੈਂਦੇ ਹੋ ਅਤੇ ਉਹ ਰਿਲੀਜੀਓ ਪੋਲੀਟਿਕਸ ਹੈ। ਜਦੋਂ ਤੁਸੀਂ ਧਰਮ ਦੀ ਗਿਣਤੀ ਵਧਾਉਣ ਲਈ ਕੰਮ ਕਰਨ ਲੱਗ ਪੈਂਦੇ ਹੋ, ਰਿਲੀਜੀਓ ਪੋਲੀਟਿਕਸ ਹੈ, ਉਹ ਪਿਓਰ ਰਿਲੀਜਨ ਨਹੀਂ ਹੈ। ਕਿਉਂਕਿ ਜਿਹੜਾ ਪਿਓਰ ਰਿਲੀਜਨ ਹੈ ਉਹ ਆਪਣੀ ਅੱਧੀ ਰੋਟੀ ਦੂਜੇ ਨੂੰ ਦੇ ਦਿੰਦਾ, ਉਹਨੂੰ ਦੂਜੇ ਦੀ ਬਿਮਾਰੀ 'ਤੇ ਤਰਸ ਆਉਂਦਾ ਹੈ, ਦੂਜੇ ਦੀ ਗਰੀਬੀ 'ਤੇ ਤਰਸ ਆਉਂਦਾ ਹੈ ਨਾ। ਦੂਜੇ ਦਾ ਜਦੋਂ ਅਧਿਕਾਰਾਂ ਦਾ ਹਨਨ ਹੋਣ ਲੱਗਦਾ ਅਤੇ ਉਹ ਆਪਣਾ ਸਿਰ ਦੇ ਦਿੰਦਾ, ਠੀਕ ਹੈ। ਇਹ ਧਰਮ ਹੁੰਦਾ। ਇਹ ਧਰਮ ਕਿਉਂ ਨਹੀਂ ਨਜ਼ਰ ਆਉਂਦਾ ਨਰਿੰਦਰ ਮੋਦੀ ਨੂੰ, ਹੈ ਨਾ। ਨਰਿੰਦਰ ਮੋਦੀ ਜੀ ਨੂੰ ਇਹ ਸਾਰੀਆਂ ਆਸਪੈਕਟਸ ਕਿਉਂ ਨਹੀਂ ਨਜ਼ਰ ਆ ਰਹੇ? ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ, ਅਸੀਂ ਮਨਾਉਣਾ ਸਾਰਿਆਂ ਨੇ ਸ਼ਤਾਬਦੀ, ਸਾਡੇ 'ਤੇ ਫਿਰ ਵਾਰ ਹੋਣੇ ਨੇ ਕਿ ਉਹ ਹਿੰਦ ਦੀ ਚਾਦਰ ਨੇ ਕਿ ਧਰਮ ਦੀ ਚਾਦਰ ਨੇ, ਠੀਕ ਹੈ। ਇਹ ਗੱਲਾਂ ਕਿਉਂ ਉਹਨਾਂ ਨੂੰ ਕਿਉਂ ਨਹੀਂ ਲੱਗਦਾ ਕਿ ਜੇ ਇਹ ਗੱਲ ਮੁਸਲਮਾਨਾਂ 'ਤੇ ਵੀ ਵਾਪਰਦੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਇੱਦਾਂ ਹੀ ਸ਼ਹਾਦਤ ਦਿੰਦੇ? ਸਾਨੂੰ ਸਿਖਾਇਆ ਹੀ ਇਹ ਗਿਆ, ਜਿੱਤ ਦੁਆਰੇ ਉੱਭਰੇ ਤਿੱਥੇ ਲਿਓ ਬਾਹਰ, ਠੀਕ ਹੈ। ਅਸੀਂ ਕਦੇ ਨਹੀਂ ਕਹਿੰਦੇ ਕਿ ਇੱਥੇ ਹੀ ਆਓਗੇ ਅਤੇ ਤੁਹਾਡਾ ਨਿਬੇੜਾ ਹੋ ਜਾਣਾ। ਸਿੱਖ ਤਾਂ ਹਮੇਸ਼ਾ ਹੀ ਜਾਤ ਪਾਤ ਤੋਂ ਉੱਪਰ ਕਿਸੇ ਜਾਤ ਧਰਮ ਦਾ ਅਤੇ ਹਰ ਇੱਕ ਧਰਮ ਦਾ ਸਤਿਕਾਰ ਵੀ ਕਰਦੇ ਹਾਂ। ਬੇਸ਼ੱਕ ਜਿਵੇਂ ਵੀਰ ਜੀ ਨੇ ਗੱਲ ਕੀਤੀ ਹੈਗੀ ਕਿ ਸਿੱਖ ਤੋਂ ਜਨਮ ਤੋਂ ਹੀ ਆਪਾਂ ਕਹਿ ਦਿੰਦੇ ਕਿ ਵੱਖਰੀ ਕੌਮ ਆ। ਸ਼ਾਇਦ ਅੰਮ੍ਰਿਤ ਛਕਣ ਤੋਂ ਪਹਿਲੋਂ ਵੀ ਜੇ ਲੱਗਦਾ ਹੋਵੇ, ਕਈ ਪਰਿਵਾਰਾਂ ਦੇ ਸਾਨੂੰ ਇਹ ਹੁੰਦਾ ਸਿਖਾਇਆ ਜਾਂਦਾ ਕਿ ਅਸੀਂ ਇੱਕ ਵੱਖਰੀ ਕੌਮ ਆ, ਅਤੇ ਜਦੋਂ ਅੰਮ੍ਰਿਤ ਛਕਣ ਦੀ ਗੱਲ ਆਉਂਦੀ ਉਹ ਤੋਂ ਬਾਅਦ 'ਤੇ ਅਸੀਂ ਵੈਸੇ ਹੀ ਗੁਰੂ ਸਾਹਿਬ ਦੇ ਧੀਆਂ ਪੁੱਤਰ ਬਣ ਜਾਂਦੇ। ਬਿਲਕੁਲ ਜੀ। ਦੇਖੋ ਮੈਨੂੰ ਨਾ
ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ 550 ਸਾਲਾ ਮਨਾ ਰਹੇ ਸੀ ਤਾਂ ਬੜਾ ਲਿਟਰੇਚਰ ਪੜ੍ਹਨ ਦਾ ਮੌਕਾ ਮਿਲਿਆ। ਅਤੇ ਜਦੋਂ ਜਨੇਊ ਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਮੈਂ ਨਹੀਂ ਪਾਣਾ, ਉਹ ਜਿਹੜੀ ਵਾਰਤਾ ਨਾ ਉਹ ਬੜੀ ਟੁੰਬਣ ਵਾਲੀ ਹੈ। ਉਹ ਕਹਿੰਦੇ ਆ ਕਿ ਤੂੰ ਇਹ ਕੀ ਹੈ? ਉਹ ਕਹਿੰਦੇ ਜੀ ਧਰਮ 'ਚ ਸ਼ਾਮਲ ਹੋਏਗਾ। ਮੈਂ ਸ਼ਾਰਟ ਕਰਕੇ ਦੱਸਦਾ। ਕਹਿੰਦੇ ਮੇਰੀ ਮਾਂ ਨੂੰ ਪਾ ਦਿਓ। ਉਹ ਕਹਿੰਦੇ ਔਰਤਾਂ ਨਹੀਂ ਹੋ ਸਕਦੀਆਂ। ਮੇਰੀ ਭੈਣ ਨੂੰ ਪਾ ਦਿਓ। ਕਹਿੰਦਾ ਜੇ ਮੇਰੀ ਮਾਂ ਅਤੇ ਭੈਣ ਧਰਮੀ ਨਹੀਂ ਹੋ ਸਕਦੀ ਅਤੇ ਮੈਂ ਕੀ ਕਰਨਾ, ਮੈਨੂੰ ਇਹ ਨਹੀਂ ਚਾਹੀਦਾ, ਹੈ ਨਾ। ਹੁਣ ਉੱਥੇ ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਨਾ, ਸ਼ਬਦ ਜਿਹੜਾ ਉਚਾਰਨ ਕੀਤਾ ਗੁਰੂ ਸਾਹਿਬ ਨੇ, ਮੈਨੂੰ ਇੱਕਦਮ ਮੇਰੇ ਦਿਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ। ਹੁਣ ਇਹ 8 ਅੱਖਰ ਜਿਹੜੇ ਨੇ ਨਾ, ਗੁਰੂ ਸਾਹਿਬ ਨੇ ਇਨਸਾਨੀਅਤ ਇਹਦੇ 'ਚ ਹੀ ਸਿਖਾਤੀ। ਉਹਨਾਂ ਨੇ ਦਿਆ ਦੀ ਗੱਲ ਕੀਤੀ, ਸੰਤੋਖ ਦੀ ਗੱਲ ਕੀਤੀ, ਹਾਈ ਕਰੈਕਟਰ ਦੀ ਗੱਲ ਕੀਤੀ ਜੱਤ, ਅਤੇ ਟਰੂਥਫੁਲਨੈਸ ਦੀ ਗੱਲ ਕੀਤੀ। ਉਹਨਾਂ ਨੇ ਕਿਹਾ 4 ਚੀਜ਼ਾਂ ਜਿਹਦੇ 'ਚ ਹੈਗੀਆਂ ਅਤੇ ਉਹ ਚੰਗਾ ਇਨਸਾਨ ਆ, ਉਹ ਚੰਗਾ ਧਰਮੀ ਹੈ। ਹੁਣ ਇਹ ਸਾਰੇ ਪੈਰਾਮੀਟਰਸ ਦੇ ਉੱਤੇ ਤੁਸੀਂ ਸਾਨੂੰ ਸਾਰਿਆਂ ਨੂੰ ਹੀ ਖੜਾ ਕਰੋ, ਠੀਕ ਹੈ। ਅਸੀਂ ਵੀ ਉਹਦੇ 'ਤੇ ਨਹੀਂ ਪੂਰੇ ਉਤਰਦੇ, ਸਾਡੀਆਂ ਕਮੀਆਂ ਨੇ। ਅਤੇ ਜਦੋਂ ਅਸੀਂ ਧਰਮ ਦੇ ਨਾਂ 'ਤੇ ਲੜਦੇ ਹਾਂ, ਜਦੋਂ ਅਸੀਂ ਧਰਮ ਦੇ ਨਾਂ 'ਤੇ ਵਖਰੇਵੇਂ ਪੈਦਾ ਕਰਦੇ ਹਾਂ, ਜਦੋਂ ਧਰਮ ਦੇ ਨਾਂ 'ਤੇ ਦੂਜੇ ਧਰਮ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਦੇ ਸਿਧਾਂਤ ਤੋਂ ਹੀ ਵਿਗੜ ਗਏ। ਧੰਨਵਾਦ ਜੀ। ਫਿਰ ਆਪਾਂ ਆਉਂਦੇ ਹਾਂ ਸਿੰਘ ਸਾਹਿਬ ਵੱਲ। ਸਿੰਘ ਸਾਹਿਬ, ਜਿਵੇਂ ਵੀਰ ਜੀ ਨੇ ਦੱਸਿਆ, ਜਸਵਿੰਦਰ ਜੀ ਨੇ, ਕਿ ਜੋ ਮੋਦੀ ਵੱਲੋਂ ਬਿਆਨ ਦਿੱਤਾ ਜਾਂਦਾ, ਲਵ ਕੁਸ਼ ਦੇ ਬਿਆਨ 'ਤੇ ਆਪਾਂ ਗੱਲਬਾਤ ਕੀਤੀ ਹੈ। ਜੋ ਪ੍ਰਧਾਨ ਮੰਤਰੀ ਵੱਲੋਂ ਇੱਕ ਸਤਿਕਾਰਤ ਅਹੁਦਾ ਹੈਗਾ ਵਾ, ਦੇਸ਼ ਦੇ ਪ੍ਰਧਾਨ ਮੰਤਰੀ ਆ, ਉਹ ਵੀ ਇਤਿਹਾਸਕ ਸਰੋਤ ਵੇਖੇ ਹੋਣਗੇ। ਉਹਨਾਂ ਬਿਆਨ ਦੇਣ ਤੋਂ ਪਹਿਲਾਂ ਸਾਡੇ ਵਿਦਵਾਨਾਂ ਦੀ ਟੀਮ ਵੇਖੀ ਹੋਊਗੀ। ਉਹ ਟੀਮ ਦੇ ਵਿੱਚ ਦੱਸਿਆ ਹੋਊਗਾ ਉਹਨਾਂ ਨੂੰ ਕਿ ਤੁਹਾਡੇ ਇਤਿਹਾਸਕ ਸਰੋਤ ਹੀ ਦੱਸਦੇ ਆ ਕਿ ਜਿਹੜੀ ਕਿ ਗੋਬਿੰਦ ਰਾਮਾਇਣ ਲਿਖੀ ਗਈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਅਸੀਂ ਜਦੋਂ ਸਰੋਤਾਂ ਦੀ ਗੱਲ ਕਰਦੇ ਹਾਂ ਅਤੇ ਸਰੋਤਾਂ ਦੇ ਵਿੱਚ ਅਸੀਂ ਸਭ ਤੋਂ ਮਹੱਤਵਪੂਰਨ ਜਿਹੜੇ ਅਸੀਂ ਮੰਨ ਕੇ ਚੱਲਦੇ ਹਾਂ, ਮਹਾਨ ਕੋਸ਼ ਆਉਂਦਾ। ਕੋ ਮਹਾਨ ਕੋਸ਼ ਵਿੱਚ ਜਿਹੜੀਆਂ ਗੱਲਾਂ ਲਿਖੀਆਂ, ਕਿਉਂਕਿ ਮਹਾਨ ਕੋਸ਼ ਇਕੱਲਾ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਨਹੀਂ ਲਿਖਿਆ। ਮਹਾਨ ਕੋਸ਼ ਬਣਾਉਣ ਦੇ ਲੱਗਿਆ ਪੂਰੇ ਵਿਦਵਾਨਾਂ ਦੀ ਜਿਹੜੀ ਟੀਮ ਹੈ ਨਾਲ ਬੈਠੀ ਹੈ। ਸਾਨੂੰ ਯਾਦ ਹੈ, ਕਦੇ ਪੜ੍ਹ ਕੇ ਦੇਖੋ, ਉਹਦੇ ਵਿੱਚ ਬਹੁਤ ਸਾਰੇ ਉਹ ਵਿਦਵਾਨ ਵੀ ਨੇ ਜਿਨ੍ਹਾਂ ਨੂੰ ਅੱਜ ਅਸੀਂ ਬਿਲਕੁਲ ਵਿਸਾਰ ਬੈਠੇ ਹੋਏ ਹਾਂ। ਇਸ ਕਾਰਨ ਕਰਕੇ ਉਹ ਇੱਕ ਪੂਰੀ ਜਮਾਤ ਵੱਲੋਂ ਬੈਠ ਕੇ ਨਿਰਣਾਇਕ ਪੱਖ ਤੋਂ ਜਿਹੜੇ ਅਸੀਂ ਇਤਿਹਾਸ ਦੀ ਖੋਜ ਕਰਕੇ, ਇਕੱਲੇ ਨੁਕਤੇ ਦੀ ਖੋਜ ਕਰਕੇ, ਤੱਤ ਦੀ ਖੋਜ ਕਰਕੇ ਦਿੱਤਾ। ਫਿਰ ਭਾਈ ਵੀਰ ਸਿੰਘ ਜਦੋਂ ਇਤਿਹਾਸ ਲਿਖਦੇ ਨੇ ਅਤੇ ਉਹ ਕੋਈ ਬੱਚਿਆਂ ਦੀ ਕਹਾਣੀ ਵਾਂਗ ਕਹਾਣੀ ਨਹੀਂ ਲਿਖਦੇ। ਭਾਈ ਵੀਰ ਸਿੰਘ ਦੀ ਕੋਲ ਗੱਲ, ਕਿਉਂਕਿ ਖਾਨਦਾਨੀ ਵਿਦਵਾਨਾਂ ਦੀ ਪਰਿਵਾਰਾਂ ਵਿੱਚੋਂ ਉਹਨਾਂ ਦੇ ਕੋਲ ਪੈਦਾ ਹੋ ਰਹੇ ਨੇ, ਅਤੇ ਉਹਨਾਂ ਦੀ ਜਿਹੜੀ ਖੋਜ ਹੈ, ਉਹ ਖੋਜ ਨੂੰ ਅਸੀਂ ਕਿਤੇ ਇੱਦਾਂ ਬਚਕਾਨਾ ਨਹੀਂ ਕਹਿ ਸਕਦੇ। ਉੱਥੇ ਵੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ। ਫਿਰ ਉਸ ਤੋਂ ਬਾਅਦ ਸਾਡੇ ਵਿਦਵਾਨ ਆਉਂਦੇ ਨੇ। ਹਾਂਜੀ, ਮਿਸਾਲ ਦੇ ਤੌਰ 'ਤੇ ਖੁਸ਼ਵੰਤ ਸਿੰਘ ਹੈ, ਸਿੱਖ ਇਤਿਹਾਸ ਲਿਖਦਾ ਪਿਆ। ਉਹਦੀ ਕਿੱਥੇ ਟਿੱਪਣੀ ਲਿਖੀ, ਕਿਤੇ ਗੋਬਿੰਦ ਗੀਤਾ ਰਾਮਾਇਣ ਦੀ ਗੱਲ ਕੀਤੀ ਹੋਵੇ ਮਿਲ ਜੇ। ਜਾਂ ਪ੍ਰਿੰਸੀਪਲ ਸੁਖਬੀਰ ਸਿੰਘ ਹੈ, ਪਤਾ ਨਹੀਂ ਉਹਨਾਂ ਨੇ ਕਿੰਨਿਆਂ ਵਿਦਵਾਨਾਂ ਨੂੰ ਸੁਣਿਆ ਹੋਏਗਾ, ਕਿੰਨਿਆਂ ਨੂੰ ਪੜ੍ਹਿਆ ਹੋਏਗਾ। ਫਿਰ ਜਾ ਕੇ ਉਹਨਾਂ ਨੇ ਆਪਣੀ ਕਿਤਾਬਾਂ 'ਚ ਉਹਨੇ ਸਾਰੇ ਗ੍ਰੰਥ ਕੋਟ ਕੀਤੇ ਨੇ, ਭਾਵੇਂ ਜਿੰਨੇ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਹੈ, ਜਾਂ ਦੂਜੇ ਮਹਿਮਾ ਪ੍ਰਕਾਸ਼ ਹੈ, ਸਾਰੇ ਕੋਟ ਕੀਤੇ। ਕਿਤੇ ਇਹ ਵੇਰਵਾ ਮਿਲਦਾ ਹੀ ਨਹੀਂ ਹੈ। ਹੁਣ ਦੇਖੋ ਸਰੋਤ ਸਾਡੇ ਕਿਹੜੇ ਹੈਗੇ ਨੇ, ਅਤੇ ਸਰੋਤ ਉਸ ਤੋਂ ਬਾਅਦ ਕੋਈ ਮੈਂ ਬਣਾ ਲੈਣਾ ਜਾਂ ਕੋਈ ਬੰਦਾ ਕਲਪਤ ਬਣਾ ਕੇ ਪੇਸ਼ ਕਰ ਦਿੰਦਾ ਹੈ। ਇਕਬਾਲ ਸਿੰਘ ਕਿਹੜੇ ਸਰੋਤਾਂ ਦੀ ਗੱਲ ਕਰਦੇ ਆ, ਉਹਨੂੰ ਹੀ ਪਤਾ ਹੋ ਸਕਦਾ। ਜਿਹੜੇ ਸਰੋਤ ਅਸੀਂ 2 ਸਾਲ ਸ਼੍ਰੋਮਣੀ ਕਮੇਟੀ ਦੇ ਕਾਲਜ ਵਿੱਚ ਪੜ੍ਹੇ, ਸ਼ਹੀਦ ਸਿੰਘ ਮਿਸ਼ਨਰੀ ਕਾਲਜ ਵਿੱਦਿਆ ਪ੍ਰਾਪਤ ਕੀਤੀ ਹੈ। ਪ੍ਰਿੰਸੀਪਲ ਹਰਭਜਨ ਸਿੰਘ ਸਾਡੇ ਉਸ ਸਮੇਂ ਦੇ ਪ੍ਰਿੰਸੀਪਲ ਨੇ। ਅਸੀਂ ਉਸ ਸਮੇਂ ਪੂਰੇ ਜੋ ਸਾਨੂੰ ਪੜ੍ਹਾਇਆ ਗਿਆ, ਅਸੀਂ 10ਵੇਂ ਗ੍ਰੰਥ ਬਾਰੇ 2 ਕਿਤਾਬਾਂ ਪੜ੍ਹੀਆਂ, ਇੱਕ ਹੱਕ ਵਿੱਚ ਪੜ੍ਹੀ, ਇੱਕ ਅੱਧੇ ਹੱਕ 'ਚ ਵਿਰੋਧ ਵਾਲੀ ਪੜ੍ਹੀ। 10ਵੇਂ ਗ੍ਰੰਥ ਨਿਰਣੇ, ਹਾਂਜੀ ਸੀ ਉਹ 10ਵੇਂ ਗ੍ਰੰਥ ਬਾਰੇ, 10ਵੇਂ ਗ੍ਰੰਥ ਦਰਸ਼ਨ, 2 ਕਿਤਾਬਾਂ ਨੇ। ਹਾਂਜੀ, ਤਾਂ ਦੋਵੇਂ ਉਸ ਨੂੰ ਪੜ੍ਹਾਈਆਂ ਗਈਆਂ ਨੇ। ਕੁਝ ਇੱਕ ਕਹਿੰਦਾ ਸਾਰਾ ਗੁਰੂ ਕ੍ਰਿਤ ਹੈ, ਦੂਜਾ ਕਹਿੰਦਾ ਨਹੀਂ ਜੀ ਸਾਰਾ ਗੁਰੂ ਕ੍ਰਿਤ ਨਹੀਂ ਹੈਗਾ। ਡਾਕਟਰ ਜੱਗੀ ਨੂੰ ਪੜ੍ਹ ਕੇ ਦੇਖੋ, ਉਹ ਟਿੱਪਣੀ ਕਰ ਰਿਹਾ। ਇਤਿਹਾਸ ਪੜ੍ਹ ਕੇ ਦੇਖੋ, ਉਹ ਭਾਈ ਕਾਨ੍ਹ ਸਿੰਘ ਨਾਭਾ ਨੂੰ ਪੜ੍ਹ ਕੇ, ਗੁਰਮਤਿ ਮਾਰਤੰਡ ਪੜ੍ਹ ਕੇ ਦੇਖੋ, ਦੀ ਭੂਮਿਕਾ ਪੜ੍ਹ ਕੇ ਦੇਖੋ ਕਿ ਸੰਗ੍ਰਹਿ ਕਿਵੇਂ ਹੁੰਦਾ ਹੈ, ਗ੍ਰੰਥ ਕਿਹਦਾ ਰੂਪ ਕਿਵੇਂ ਬਣਦਾ, ਸਾਰਾ ਵੇਰਵਾ ਮਿਲਦਾ। ਇਹਦਾ ਮਤਲਬ ਹੈ ਕਿ ਗੁਰੂ ਕਾਲ ਵਿੱਚ ਗ੍ਰੰਥ ਹੀ ਨਹੀਂ ਹੈਗਾ, ਜਿਹਦੀ ਗੱਲ ਅਸੀਂ ਗੱਲ ਕਰਦੀ ਚਾਹੁੰਦੇ। ਇਸ ਕਰਕੇ ਉਹਦੇ ਬਾਰੇ ਪੰਥ ਦਾ ਨਿਰਣਾ ਨਹੀਂ ਹੈ। ਅਤੇ ਇਹ ਸਾਨੂੰ ਕਿਸੇ ਜਿਹੜੇ ਮਹੱਤਵਪੂਰਨ ਸਰੋਤਾਂ ਵਿੱਚ ਸਾਨੂੰ ਕੋਈ ਤੇ ਉਹ ਨਹੀਂ ਮਿਲ ਜੀ। ਤੋ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹ ਕੇ ਉਹਦੇ 'ਚ ਵੀ ਕੋਈ ਨਹੀਂ ਹੈਗਾ। ਗਿਆਨੀ ਗਿਆਨ ਸਿੰਘ ਜੀ ਦਾ ਪੜ੍ਹ ਕੇ ਦੇਖੋ, ਤੁਹਾਨੂੰ ਉੱਥੇ ਵੀ ਕੋਈ ਨਹੀਂ ਮਿਲਦਾ। ਹੁਣ ਅਸੀਂ ਕਿੱਥੇ ਮੈਂ ਹੁਣ ਵੀ ਇੱਕ ਛੁੱਟੀਆਂ ਦੇ ਵਿੱਚ ਮੈਂ ਇਹੀ ਕੰਮ ਕੀਤਾ, ਇਹਨਾਂ ਦਿਨਾਂ ਵਿੱਚ ਬਹੁਤ ਸਾਰੇ ਗ੍ਰੰਥ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਰਨ ਕਰਕੇ ਕੁਝ ਗੱਲਾਂ ਇਸ ਦੀ ਬਾਹਰ ਪ੍ਰਚਲਿਤ, ਜਿਵੇਂ ਪੰਡਿਤ ਗੋਬਿੰਦ ਕੋਈ ਹੋਏ ਨੇ,
ਉਹਨਾਂ ਨੇ ਰਮਾਇਣ ਲਿਖੀ ਹੈ। ਉਹ ਰਮਾਇਣ ਨੂੰ ਗੁਰੂ ਦੇ ਨਾਂ 'ਤੇ ਕੋਟ ਕੀਤਾ ਜਾ ਰਿਹਾ ਹੈ, ਬਹੁਤ ਥਾਵਾਂ ਦੇ ਉੱਤੇ ਕੀਤਾ। ਇਹਦਾ ਪੰਥ ਦਾ ਨਿਰਣਾ ਬਣਦਾ ਹੈ। ਤਾਂ ਹੀ ਅਸੀਂ ਵਾਰ-ਵਾਰ ਕਹਿ ਰਹੇ, ਜਸਵਿੰਦਰ ਸਿੰਘ ਕਹਿ ਰਹੇ ਕਿ ਅੱਜ ਕੌਮ ਦੀ ਜ਼ਿੰਮੇਵਾਰੀ ਬਣ ਗਈ ਹੈ ਕਿ ਪ੍ਰਧਾਨ ਮੰਤਰੀ ਦੇ ਕਹੇ ਹੋਏ ਇਸ ਫਿਕਰੇ ਨੂੰ ਸਾਨੂੰ ਜ਼ਮੀਨ 'ਤੇ ਨਹੀਂ ਸੁੱਟਣਾ ਚਾਹੀਦਾ। ਇਹਦਾ ਉੱਤਰ ਦੇਣ ਦੇ ਲਈ ਸਿੱਖ ਵਿਦਵਾਨਾਂ ਦਾ ਇਹ ਇਕੱਠ ਕਰਕੇ ਉਹਦੇ ਵਿੱਚ ਮਸਲਾ ਰੱਖ ਕੇ ਇਹ ਸਾਨੂੰ ਜਵਾਬ ਪੱਕੇ ਤੌਰ 'ਤੇ ਦੇਣਾ ਚਾਹੀਦਾ ਹੈ, ਜਿਵੇਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੁਬਾਰਾ ਇਹਨਾਂ ਚੀਜ਼ਾਂ ਨਾਲ 2 ਦੂਣੀ 4 ਹੋਣ ਤਾਂ ਆਮਣਾ ਸਾਹਮਣਾ ਨਾ ਕਰਨਾ ਪਵੇ। ਇਸ ਇਹ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਹੀ ਬੋਲ ਰਹੇ ਆ, ਬਾਕੀ ਅਜੇ ਤੱਕ ਬੋਲਿਆ ਕੋਈ ਨਹੀਂਗਾ ਜੋ ਪ੍ਰਧਾਨ ਮੰਤਰੀ ਵੱਲ ਬਿਆਨ ਆਇਆ। ਨਹੀਂ, ਮੈਨੂੰ ਮੈਂ ਸੋਸ਼ਲ ਮੀਡੀਆ ਦੇਖ ਬਥੇਰੇ ਬੋਲਦੇ ਨੇ, ਅਸੀਂ ਤਾਂ ਕਹਿੰਦੇ ਸਾਰੇ ਜਿੱਥੇ ਕਿਤੇ ਵੱਲ ਵਿਦਵਾਨਾਂ ਤੌਰ ਤੇ ਗੱਲ ਕਰਦੇ ਆ, ਸਾਡੇ ਸਿਰਮੌਰ ਸੰਸਥਾਵਾਂ ਹੈਗੀਆਂ ਵਾ, ਜਿਵੇਂ ਵੀ ਜਸਵਿੰਦਰ ਜੀ ਨੇ ਕਿਹਾ ਕਿ ਸਮੇਂ-ਸਮੇਂ ਤੇ ਉਹ ਬੋਲਦੇ ਆ, ਪਰ ਇਸ ਬਿਆਨ ਦਾ ਕੋਈ ਪ੍ਰਤੀਕਰਮ ਨਹੀਂ ਹੈ ਜੋ ਪ੍ਰਧਾਨ ਮੰਤਰੀ ਵੱਲੋਂ ਕੀਤਾ। ਅਸੀਂ ਕਹਿੰਦੇ ਅਸੀਂ ਹੁਣ ਉਹਨਾਂ ਵੀ ਕੀਤਾ, ਅਸੀਂ ਆਪਣੀ ਸਟੇਟਮੈਂਟ 'ਚ ਵੀ ਗੱਲ ਕੀਤੀ ਹੈ ਕਿ ਅਸੀਂ ਇੰਤਜ਼ਾਰ ਵਿੱਚ ਹਾਂ। ਅਸੀਂ ਹੋ ਸਕਦਾ ਕੋਈ ਵੀ ਤਿਆਰੀ ਕਰਦੇ ਹੁਣ, ਅਸੀਂ ਇਹਨੂੰ ਪਾਸੋਟਾ ਨਹੀਂ ਮਾਰੇ, ਅਸੀਂ ਨਕਾਰ ਨਹੀਂ ਰਹੇ। ਅਸੀਂ ਅੱਜ ਜ਼ਿੰਮੇਵਾਰੀ ਵੀ ਪਾਈ ਹੈ ਕਿ ਉਹਨਾਂ ਨੂੰ ਇਹ 'ਤੇ ਬਿਆਨ ਦੇਣਾ ਚਾਹੀਦਾ ਹੈ, ਇਹਦੇ 'ਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਮਿਸਾਲ ਦੇ ਇਹ ਵੀ ਗੱਲ ਕਹਿੰਦੇ ਆ, ਉਹ ਸਿੱਧਾ ਬਿਆਨ ਨਹੀਂ ਦੇ ਸਕਦੇ ਨਾ, ਉਹ 50 ਬੰਦੇ 40 ਬੰਦੇ ਇਕੱਠੇ ਕਰਕੇ ਕੌਮੀ ਰਾਏ ਬਣਾ ਕੇ ਬਿਆਨ ਦੇਣ। ਪਰ ਇੱਕ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਕਿ ਮੁੱਦਾ ਜਿਹੜਾ ਬਿਆਨ ਹੈ ਇਹ ਕੌਮ ਦੇ ਪੀੜਾਜਨਕ ਹੈ। ਕੌਮ ਇਹਦੇ ਬਾਰੇ ਬਿਆਨ ਦੇਣ ਦੇ ਲਈ ਕੌਮ ਨੂੰ ਸਮੁੱਚੇ ਤੋਂ ਤਿਆਰੀ ਦੀ ਜ਼ਰੂਰਤ ਹੈ, ਅਤੇ ਤਿਆਰੀ ਲਈ ਮੈਂ ਆਹ ਕੰਮ ਕਰ ਰਿਹਾ। ਇਸ ਕਾਰਨ ਕਰਕੇ ਸਾਨੂੰ ਬਿਲਕੁਲ ਜਵਾਬ ਦੇਣ ਦੇ ਲਈ ਉਹਨੂੰ ਇਹ ਗੱਲ ਕਰਕੇ ਮੀਡੀਆ ਨੂੰ ਚੁੱਪ ਕਰਾਉਣਾ ਚਾਹੀਦਾ ਅਤੇ ਆਪਣੀ ਜ਼ਿੰਮੇਵਾਰੀ ਇਸ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਜਿਵੇਂ ਕੌਮ ਦੀ ਜ਼ਿੰਮੇਵਾਰੀ। ਦੇਖੋ ਅੱਜ ਅਸੀਂ ਗਿਆਨੀ ਹਰਪ੍ਰੀਤ ਜਵਾਬ ਦੇ ਵੀ ਦੇਣ ਅਤੇ ਉਹ 'ਤੇ ਮੈਂ ਟਿੱਪਣੀ ਕਰ ਦੇਵਾਂ, ਜਸਵਿੰਦਰ ਸਿੰਘ ਟਿੱਪਣੀ ਕਰਦੇ, ਚੌਥਾ ਬੰਦਾ ਟਿੱਪਣੀ ਕਰ ਦੇਵੇ ਕਿ ਇਹ ਇੰਝ ਜੀ ਬਿਆਨ ਗਲਤ ਹੈ ਜੀ। ਅਸੀਂ ਕਹਿੰਦੇ ਉਹ ਪਾਸੇ ਜਾਣ ਦੀ ਬਜਾਏ ਤੇ ਸਾਨੂੰ ਨਿਰਣਾਇਕ ਤੌਰ 'ਤੇ ਬਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਸ ਬਿਆਨ 'ਤੇ ਕੋਈ ਟਿੱਪਣੀ ਨਾ ਕਰ ਸਕੇ। ਇੱਕ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਧਾਈ ਜ਼ਰੂਰ ਦਿੱਤੀ ਗਈ ਹੈ ਕਿ ਤੁਹਾਨੂੰ ਮੁਬਾਰਕ ਆ ਰਾਮ ਮੰਦਿਰ, ਪਰ ਸਾਡੇ ਗੁਰਦੁਆਰਾ ਸਾਹਿਬਾਨ ਜਿਹੜੇ ਢਾਏ ਗਏ ਉਹਨਾਂ ਵੱਲ ਵੀ ਧਿਆਨ ਦਿਓ। ਇਹਦੇ ਬਾਰੇ ਇਹ ਅਸੀਂ ਵੇਖ ਹੀ ਲਏ ਹਾਂ ਕਿ ਸਾਡੇ ਗੁਰਸਥਾਨ ਜਾਣ ਕੇ ਮਿੱਥ ਕੇ ਢਾਏ ਜਾ ਰਹੇ ਕਿ ਸਿੱਖਾਂ ਨੂੰ ਮਰਜ ਕਰਨਾ ਚਾਹੁੰਦੇ ਨੇ। ਜਿਵੇਂ ਬੁੱਧ ਮਤ ਇਹਨਾਂ ਨੇ ਖਤਮ ਕੀਤਾ, ਇਸ ਤਰ੍ਹਾਂ ਸਿੱਖੀ ਨੂੰ ਇਹ ਖਤਮ ਕਰਨ ਦੇ ਦਾਈਏ 'ਤੇ ਬੈਠੇ ਹੋਏ ਨੇ ਅਤੇ ਇਹਨਾਂ ਦਾ ਨਜ਼ਰੀਆ ਕਹੀ ਨਾ ਲੱਖ ਢੰਗ ਦੇ ਨਾਲ ਹੈ ਕਿ ਸਾਡੇ ਗੁਰਸਥਾਨ ਜਿਹੜੇ ਬਿਲਕੁਲ ਦਿਖਾਈ ਦੇ ਰਹੇ, ਸਾਡੇ ਗੁਰੂਆਂ ਦੇ ਸਥਾਨ ਗਿਆਨ ਗੋਦੜੀ ਗੁਰਦੁਆਰਾ ਸਾਡਾ ਹਰਿਦੁਆਰ ਦੇ 'ਚ ਜਿਹਦਾ ਇਤਿਹਾਸ ਮਿਲਦਾ ਹੈ, ਗੁਰੂਆਂ ਦੇ ਜਾਣ ਦੇ ਵੇਰਵੇ ਮਿਲਦੇ ਨੇ, ਗੁਰੂ ਅਮਰਦਾਸ ਦੇ ਜਾਣ ਦੇ ਵੇਰਵੇ ਮਿਲਦੇ ਨੇ, ਗੁਰੂ ਨਾਨਕ ਦੇ ਵੇਰਵੇ ਮਿਲਦੇ ਨੇ, ਫਿਰ ਉਹਨੂੰ ਖਤਮ ਕਰ ਦੇਣਾ, ਦੁਬਾਰਾ ਜਗ੍ਹਾ ਨਾ ਦੇਣੀ, ਉੱਥੇ ਬਣ ਨਾ ਦੇਣਾ ਸਾਡੇ ਵਾਸਤੇ ਤਾਂ ਬਹੁਤ ਵੱਡਾ ਹੈ ਕਿ ਸਾਡੇ ਵਾਸਤੇ ਵੰਗਾਰ ਬਣ ਗਈ ਹੈ। ਇਸ ਤਰ੍ਹਾਂ ਗੁਰਦਾ ਡਾਂਗ ਮਾਰ ਹੈ ਜੋ ਹੋਰ ਜਿਹੜੇ ਜਿੱਥੇ ਸਾਡੇ ਗੁਰਦੇ ਢਾਏ ਗਏ ਨੇ, ਇਸ ਵਾਸਤੇ ਉੱਥੇ ਮੈਂ ਮੰਨ ਕੇ ਚੱਲ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਮੰਤਰੀ ਨੂੰ ਅਹਿਸਾਸ ਕਰਾ ਰਹੇ ਕਿ ਤੁਸੀਂ ਆਪਣੀ ਲੜਾਈ ਲੜ ਕੇ ਅੱਜ ਮਸਜਿਦ ਦੀ ਥਾਂ 'ਤੇ ਮੰਦਿਰ ਬਣਾਉਣ ਦਾ ਇਤਿਹਾਸ ਰਚ ਰਹੇ ਹੋ, ਪਰ ਜਿਹੜੇ ਸਾਡੇ ਇਤਿਹਾਸ ਦੇ ਸਰੋਤ ਗੁਰਦੁਆਰੇ ਸਨ, ਜਿਨ੍ਹਾਂ ਦੀ ਸਾਡੀ ਆਸਥਾ ਸੀ, ਵਿਸ਼ਵਾਸ ਸੀ, ਉਹ ਸਾਡੇ ਢਹਿ ਗਏ ਨੇ। ਉਹਦੇ ਵਾਸਤੇ ਗੱਲ ਕੌਣ ਕਰੇਗਾ? ਉੱਥੇ ਪ੍ਰਧਾਨ ਮੰਤਰੀ ਜ਼ਿੰਮੇਵਾਰੀ ਬਿਲਕੁਲ ਬਹੁਤ ਸਕਾਰਸਟਿਕ ਕਮੈਂਟ ਆ ਉਹਨੂੰ ਤੁਸੀਂ ਇਸੇ ਢੰਗ ਨਾਲ ਲਵੋ ਕਿ ਉਹਨਾਂ ਨੇ ਵਧਾਈ ਵੀ ਇੱਕ ਜਿਹਨੂੰ ਕਹਿੰਦਾ ਨਾ ਕਿ ਮਜ਼ਾਕੀਆ ਜਿਹੀ ਦਿੱਤੀ ਹੈ ਵੀ ਤੁਸੀਂ ਸਾਡਿਆਂ ਬਾਰੇ ਕੀ ਕਰਦੇ ਹੋ, ਫਿਰ ਤੁਹਾਨੂੰ ਤਾਂ ਵਧਾਈ ਹੈ ਤੇ ਦੱਸੋ ਸਾਡਾ ਕੀ ਕਰਦੇ, ਟੌਂਟ ਮਾਰੀ ਹੈ। ਹਾਂ ਬਿਲਕੁਲ, ਕਿ ਜੇ ਤੁਸੀਂ ਕਰ ਸਕਦੇ ਆ ਤੇ ਫਿਰ ਸਾਡੇ ਗੁਰਦੁਆਰਾ ਸਾਹਿਬ ਵੀ ਬਣ ਸਕਦੇ ਆ। ਬਿਲਕੁਲ ਠੀਕ, ਮਸਜਿਦ ਧਰ ਕੇ ਰਾਮ ਮੰਦਿਰ ਬਣ ਸਕਦਾ ਤੇ ਮੁਬਾਰਕ ਆ ਤੁਹਾਨੂੰ। ਅਸੀਂ ਤਾਂ ਉੱਥੇ ਤੇ ਕੋਈ ਮੰਦਿਰ ਬਣਿਆ ਵੀ ਨਹੀਂ ਹੋਇਆ, ਅਸੀਂ ਤਾਂ ਗੁਰਦੁਆਰਾ ਹੀ ਖਾਲੀ ਜਗ੍ਹਾ ਪਈਆਂ ਦੇ ਦਿਓ, ਅਸੀਂ ਗੁਰਦੁਆਰਾ ਬਣਾ ਲੈਂਦੇ ਹਾਂ। ਬਿਆਨ ਬਹੁਤ ਮਹੱਤਵਪੂਰਨ ਹੈ ਜਿਸ ਬਿਆਨ ਨੂੰ ਅਸੀਂ ਇਸ ਤਰ੍ਹਾਂ ਕਹਿੰਦੇ। ਬਿਲਕੁਲ ਇਤਿਹਾਸਕ ਸਰੋਤ ਦੀ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਤੇ ਸਮਾਪਤੀ ਵਾਲੇ ਪਾਸੇ ਜਾਣਾ। ਆਪਾਂ ਇਤਿਹਾਸਕ ਸਰੋਤ ਦੇ ਵਿੱਚ ਜ਼ਿਕਰ ਕੀਤਾ, ਜਿਹੜਾ ਹੁਣੇ ਆਪਾਂ ਗਿਆਨੀ ਇਕਬਾਲ ਸਿੰਘ ਦੀ ਗੱਲ ਕਰ ਰਹੇ ਹਾਂ ਜਾਂ ਪ੍ਰਧਾਨ ਮੰਤਰੀ ਦੇ ਬਿਆਨ ਦੀ, ਤੁਹਾਨੂੰ ਨਹੀਂ ਲੱਗਦਾ ਕਿ ਇਤਿਹਾਸਕ ਸਰੋਤ ਦੇ ਵਿੱਚ ਜਿਹੜੇ ਕਮੀਆਂ ਹੈਗੀਆਂ ਤੇ ਸਾਡੇ ਵਿਦਵਾਨਾਂ ਨੂੰ ਬੈਠ ਕੇ ਕਮੀਆਂ ਕੱਢ ਦੇਣੀਆਂ ਚਾਹੀਦੀਆਂ? ਦੇਖੋ ਇਸ ਗੱਲ ਦੇ ਲਈ ਅਸੀਂ ਪਹਿਲਾਂ ਵੀ ਸਮੇਂ-ਸਮੇਂ ਆਵਾਜ਼ ਉਠਾਈ ਹੈ, ਅਸੀਂ ਹੁਣ ਵੀ ਆਵਾਜ਼ ਉਠਾ ਰਹੇ ਹਾਂ ਕਿ ਸਾਨੂੰ ਬਿਨਾਂ ਦੇਰੀ ਤੋਂ ਇਹ ਜਿਹੜਾ ਮੌਕਾ ਹੈ ਨਾ, ਇਹ ਸਾਡੇ ਲਈ ਚੁਣੌਤੀ ਦਾ ਮੌਕਾ ਹੈ ਕਿ ਅਸੀਂ ਆਪਣੇ ਘਰ ਵਿੱਚ ਜਿਹੜੀਆਂ ਵੀ ਕਮਜ਼ੋਰੀਆਂ ਕਿਸੇ ਢੰਗ ਨਾਲ ਕੱਲ੍ਹ ਨੂੰ ਦੁਸ਼ਮਣ ਨੂੰ ਗੱਲ ਕਰਨ ਦਾ ਮੌਕਾ ਮਿਲਦਾ, ਵਿਰੋਧੀ ਨੂੰ ਗੱਲ ਕਰਨ ਦਾ ਮੌਕਾ ਮਿਲਦਾ, ਉਹ ਗੱਲ ਹੀ ਅਸੀਂ ਜਿਹੜੀ ਖਤਮ ਕਰ ਦਈਏ। ਮੈਨੂੰ ਯਾਦ ਹੈ ਕਿ ਸਾਡੇ ਪ੍ਰਿੰਸੀਪਲ ਹਰਭਜਨ ਸਿੰਘ ਜੀ, ਜਿਹਨੂੰ ਕਿ ਅਸੀਂ ਵਿਦਿਆ ਪੜ੍ਹੀ ਹੈ, ਉਹ ਇੱਕ ਗੱਲ ਕਹਿੰਦੇ ਹੁੰਦੇ ਸਨ, ਬੇਟਾ ਜਿਵੇਂ ਅੱਜ ਵੇਦੋਂ ਮੇਂ ਕਿਆ ਕਰਕੇ ਕਿਤਾਬਾਂ ਲਿਖੀਆਂ ਗਈਆਂ, ਜੋ ਉਹਦੀਆਂ ਕਮੀਆਂ ਕੱਢ ਕੇ ਪੇਸ਼ ਕੀਤੀਆਂ ਗਈਆਂ ਕਿ ਸਿੱਖ ਅੱਜ ਸੁੱਤੇ ਪਏ ਨੇ, ਕੱਲ੍ਹ ਆਉਣ ਵਾਲਾ ਸਮਾਂ ਆਏਗਾ ਕਿ ਜੇ ਸਿੱਖਾਂ ਨੇ ਤਿਆਰੀ ਨਾ ਕੀਤੀ ਅਤੇ ਸਿੱਖਾਂ ਦੇ ਆਪਣੇ ਗ੍ਰੰਥਾਂ ਕਿਤਾਬਾਂ 'ਚੋਂ ਕੱਢ ਕੇ ਦੁਸ਼ਮਣਾਂ ਨੇ ਕੋਈ ਕੁਝ ਪੇਸ਼ ਕਰ ਦੇਣਾ ਕਿ ਸਾਡੇ ਕੋਲ ਜਵਾਬ ਦੇਣੇ ਔਖੇ ਹੋ ਜਾਣੇ ਨੇ। ਇਸ ਕਰਕੇ ਕੌਮ ਨੂੰ ਇਸ ਪਾਸੇ ਕੰਮ ਕਰਨਾ ਚਾਹੀਦਾ। ਸਾਡੇ ਵਿਦਵਾਨ ਚਿੰਤਤ ਸਨ, ਅੱਜ ਵੀ ਚਿੰਤਤ ਨੇ। ਜਿਵੇਂ ਪਹਿਲੀ ਗੱਲ ਕਿ ਅੱਜ ਉਸ ਪੱਧਰ ਦੇ ਵਿਦਵਾਨ ਸਾਨੂੰ ਲੱਭਣ ਲਈ ਥੋੜ੍ਹੀ ਮੁਸ਼ਕਿਲ ਆ ਰਹੀ ਹੈ।
ਤੇ ਜਿਸ ਪੱਧਰ 'ਤੇ ਅਸੀਂ ਉਹਨਾਂ ਪੁਰਾਣੇ ਵਿਦਵਾਨਾਂ ਦੀ ਗੱਲ ਕਰਦੇ ਹਾਂ, ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਇਹ ਪਹਿਲ ਕਦਮੀ ਬਿਨਾਂ ਦੇਰੀ ਤੋਂ ਹੋ ਜਾਣੀ ਚਾਹੀਦੀ ਹੈ ਕਿ ਇਹ ਜਿੱਥੇ ਲੈ ਕੇ ਅੱਜ ਕੌਮ ਦੇ ਉੱਤੇ ਇਸ ਤਰ੍ਹਾਂ ਦੇ ਕਿੰਤੂ ਪ੍ਰੰਤੂ ਕੀਤੇ ਜਾ ਰਹੇ ਨੇ, ਅਸੀਂ ਇਹ 5 ਬੰਦੇ 10 ਬੰਦੇ 15 ਬੰਦੇ 20 ਬੰਦੇ 50 ਬੰਦੇ ਬਣਾ ਕੇ ਇਹ ਸਾਰਾ ਕੁਝ ਨਿਰਣਾਇਕ ਪੱਖ ਤੋਂ ਜਥੇਬੰਦੀ, ਪਹਿਲਾਂ ਜਥੇਬੰਦੀਆਂ ਬੁਲਾਉਣੀਆਂ ਪੈਣਗੀਆਂ, ਨਾਲ ਨਿਰਣਾ ਕਰਨਾ ਪਏਗਾ, ਵਿਦਵਾਨਾਂ ਦੀ ਚੋਣ ਕਰਨੀ ਪਏਗੀ, ਬਣਾ ਕੇ ਸਾਨੂੰ ਇਸ ਪਾਸੇ, ਤਾਂ ਕਿ ਕੱਲ੍ਹ ਨੂੰ ਕੋਈ ਵੀ ਇੱਥੇ ਕਿੰਤੂ ਹੀ ਨਾ ਕਰ ਸਕੇ। ਕੋਈ ਇਹ 'ਚੋਂ ਆਪਣੇ ਮਤਲਬ ਦਾ ਗੀਸਾ ਸ਼ਬਦ ਕੱਢ ਕੇ ਕੱਲ੍ਹ ਨੂੰ ਸਾਈ ਦਾਅਵਾ ਕਰਨਾ ਸ਼ੁਰੂ ਕਰ ਦੇਣ, ਦੂਜਾ ਆ ਕੇ ਫਿਰ ਇਹ ਅਗਲੇ ਪਾਸੇ ਦੂਰ ਸਾਡੀ ਨਿਆਰੀ ਹੋਣ ਨੂੰ ਖ਼ਤਮ ਕਰਨ ਵਾਸਤੇ ਜੋ ਅੱਜ ਬ੍ਰਾਹਮਣਵਾਦ ਦਾ ਸਾਰਾ ਦੇਸ਼ ਨੂੰ ਖਾ ਜਾਣ ਦਾ ਨਜ਼ਰੀਆ ਚੱਲ ਰਿਹਾ, ਅਸੀਂ ਉਹਦਾ ਪੱਕੇ ਸ਼ਿਕਾਰ ਹੋ ਜਾਈਏ ਤੇ ਸਾਨੂੰ ਅੱਜ ਪੱਕੇ ਬੰਨਣੇ ਪੈਣਗੇ। ਧੰਨਵਾਦ ਜੀ। ਵੇਖਣਾ ਪਊਗਾ ਇਤਿਹਾਸ ਦੀ ਜੇ ਆਪਾਂ ਗੱਲ ਕਰਦੇ ਹਾਂ, ਜਿਵੇਂ ਇਤਿਹਾਸ ਤੋਂ ਮੁੜ ਕੇ ਪੇਸ਼ ਕੀਤਾ ਜਾਂਦਾ ਵਾ, ਜੇ ਇਤਿਹਾਸਕ ਸਰੋਤਾਂ ਦੇ ਉੱਤੋਂ ਲੱਭ ਕੇ ਤੇ ਸਾਡੇ ਪ੍ਰਧਾਨ ਮੰਤਰੀ ਸਾਨੂੰ ਉਹ ਗੱਲ ਕਰਦੇ ਆ, ਅੱਜ ਜਦੋਂ ਬਿਆਨ ਦਾ ਗਿਆ ਉਹਨਾਂ ਨੇ। ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਗਿਆਨੀ ਇਕਬਾਲ ਸਿੰਘ ਦੀ, ਤੇ ਗਿਆਨੀ ਇਕਬਾਲ ਸਿੰਘ ਨੇ ਵੀ ਜਿਹੜੇ ਇਤਿਹਾਸਕ ਸਰੋਤਾਂ ਬਾਰੇ ਦੱਸਿਆ ਤੇ ਸਿੰਘ ਸਾਹਿਬ ਨੇ ਉਹਨਾਂ ਨੂੰ ਵੀ ਨਕਾਰਿਆ। ਪਰ ਕਦੋਂ ਸਾਡੇ ਵਿਦਵਾਨਾਂ ਦੀ ਟੀਮ ਬੈਠੂਗੀ, ਕਿਉਂਕਿ ਆਉਣ ਵਾਲੀ ਪਨੀਰੀ ਇੱਕ ਜਵਾਬਦੇਹ ਹੋਣਗੇ, ਭਾਵੇਂ ਉਹ ਸਿੰਘ ਸਾਹਿਬ ਬੈਠੇ ਹੈਗੇ ਆ, ਭਾਵੇਂ ਉਹ ਅਕਾਲ ਚੈਨਲ ਵਾਲਾ, ਤੇ ਭਾਵੇਂ ਉਹ ਜਸਵਿੰਦਰ ਸਿੰਘ ਜੀ ਆ, ਆਉਣ ਵਾਲੀ ਪਨੀਰੀ ਨੂੰ ਜਵਾਬਦੇਹ ਹੋਵਾਂਗੇ। ਤੇ ਅਸੀਂ ਤੇ ਗੱਲ ਮੰਨ ਕੇ ਚੱਲਦੇ ਹਾਂ ਕਿ ਅਗਰ ਅੱਜ ਅਸੀਂ ਕੌਮ ਦੇ ਲਈ ਠੀਕ ਤਰ੍ਹਾਂ ਕੰਮ ਨਾ ਕਰ ਪਏ, ਜੋ ਸਾਡੇ ਸਾਨੂੰ ਸਵਾਲ ਨੇ ਜਵਾਬ ਨਾ ਦੇ ਸਕੇ, ਸਾਡੇ ਬੱਚੇ ਸਾਡੇ ਇਤਿਹਾਸ ਨੇ ਸਾਨੂੰ ਮਾफ़ ਨਹੀਂ ਕਰਨਾ। ਉਹਨਾਂ ਸਾਡੇ ਕੋਲ ਸਾਡੇ ਉੱਤਰ ਨਾ ਦਿੱਤੇ ਉੱਤਰ ਕਰਕੇ ਅਸੀਂ ਇਤਿਹਾਸ ਦੇ ਦੇਣਦਾਰ ਬਣਾਂਗੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਉੱਤਰ ਦੇ ਦੇਣੇ ਚਾਹੀਦੇ। ਜਿਵੇਂ ਨਾਨਕ ਸਿੰਘ ਕੈਲੰਡਰ ਬਣ ਕੇ ਖਤਮ ਹੋ ਗਿਆ, ਉਹ ਦੁਬਾਰਾ ਲਾਗੂ ਹੋਣਾ ਚਾਹੀਦਾ। ਇਸ ਕੌਮ ਨੂੰ ਜਵਾਬ ਦੇ, ਅਕਾਲ ਤਖਤ ਜਵਾਬ ਦੇ ਹੈ ਕਿ ਅਕਾਲ ਦੇ ਜਿਸ ਤਖਤ 'ਤੇ ਬਹਿ ਕੇ ਬਣਾਇਆ ਗਿਆ, ਉਸੇ ਤਾਂ ਉੱਥੋਂ ਉਹਦੇ ਵਾਰਸਾਂ ਨੇ ਮੁੜ ਕੇ ਉਹਨੂੰ ਕਤਲ ਹੋਣ ਦਿੱਤਾ। ਕਿੱਡਾ ਵੱਡਾ ਸਵਾਲ ਆ ਜਾਂਦਾ ਹੈ। ਪਹਿਲਾਂ ਤੁਸੀਂ ਪਾਸ ਕਰਦੇ ਹੋ, ਮੁੜ ਕੇ ਤੁਸੀਂ ਤੋੜਨ ਲਈ ਨਾਲ ਸਾਥ ਦਿੰਦੇ ਹੋ। ਇਸ ਕਰਕੇ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਜਿਹੜੀ ਅੱਜ ਦੀ ਤਰੀਕ ਵਿੱਚ ਮੰਨ ਕੇ ਚੱਲਦੇ ਹਾਂ ਕਿ ਆਏ ਦਿਨ ਵੱਡੀ ਹੁੰਦੀ ਤੁਰੀ ਜਾ ਰਹੀ ਹੈ, ਤੇ ਉੱਥੇ ਬਿਨਾਂ ਦੇਰੀ ਤੋਂ ਉਹਨਾਂ ਨੂੰ ਭਾਈ ਹਰਪ੍ਰੀਤ ਸਿੰਘ ਉਹਨਾਂ ਨੂੰ ਇਸ ਪਾਸੇ ਪਹਿਲ ਕਦਮੀ ਕਰਨੀ ਚਾਹੀਦੀ। ਧੰਨਵਾਦ। ਬਿਲਕੁਲ ਜੀ, ਅਕਾਲ ਤਖਤ ਸਾਹਿਬ ਸਾਰੇ ਜਾਣੇ ਦੇਖ ਰਹੇ ਹੈਗੇ ਆ, ਅਕਾਲ ਤਖਤ ਸਾਹਿਬ ਤੋਂ ਕੋਈ ਨਾ ਕੋਈ ਹੁਕਮਨਾਮਾ ਜਾਰੀ ਹੋਵੇ, ਤਾਂ ਨਾਲ ਇੱਕ ਵਿਦਵਾਨਾਂ ਦੀ ਟੀਮ ਬੈਠੇ। ਇਤਿਹਾਸਕ ਸਰੋਤਾਂ ਦੀ ਗੱਲ ਕਰਦੇ ਹਾਂ ਤੇ ਗਿਆਨੀ ਇਕਬਾਲ ਸਿੰਘ ਜਿਨ੍ਹਾਂ ਨੇ ਇਤਿਹਾਸਕ ਸਰੋਤਾਂ ਬਾਰੇ ਕਿਹਾ ਕਿ ਇਹ ਤੁਹਾਡੇ ਇਤਿਹਾਸਕ ਸਰੋਤ ਆ। ਬੇਸ਼ੱਕ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਆਰਐਸਐਸ ਨਾਲ ਜੁੜੇ ਹੋ, ਪਰ ਸਾਡੇ ਇਤਿਹਾਸਕ ਸਰੋਤ, ਸਿੱਖਾਂ ਦੇ ਇਤਿਹਾਸਕ ਸਰੋਤ ਹੀ ਉਹਨਾਂ ਨੇ ਦਿਖਾਲ ਕੇ ਕਿਹਾ ਕਿ ਮੈਂ ਇਹਦੇ ਵਿੱਚੋਂ ਦੱਸ ਰਿਹਾ ਤੁਹਾਨੂੰ ਕਿ ਲਵ ਕੁਸ਼ ਦੀ ਔਲਾਦ ਆ ਸਿੱਖ। ਪਰ ਇਹਦੇ ਵਿੱਚ ਜੋ ਇਤਿਹਾਸਕ ਸਰੋਤਾਂ ਬਾਰੇ ਸਿੰਘ ਸਾਹਿਬ ਨੇ ਦੱਸਿਆ ਕਿ ਉਹ ਇਤਿਹਾਸਕ ਸਰੋਤ ਸਾਡਾ ਹਿੱਸਾ ਨਹੀਂ ਆ, ਉਹਨੂੰ ਕੰਡੈਮ ਕਰਦੇ ਆ। ਪਰ ਇਹ ਇਤਿਹਾਸਕ ਸਰੋਤ ਜੇ ਇਹਨਾਂ 'ਤੇ ਕਾਰਵਾਈ ਨਹੀਂ ਹੁੰਦੀ, ਆਉਣ ਵਾਲੇ ਸਮੇਂ 'ਤੇ ਵਿਦਵਾਨ ਨਹੀਂ ਬੈਠਦੇ, ਤੇ ਆਉਣ ਵਾਲੀ ਪਨੀਰੀ ਨੂੰ ਕਿਸ ਤਰ੍ਹਾਂ ਅਸੀਂ ਜਵਾਬ ਦੇ ਸਕਦੇ ਹਾਂ। ਜ਼ਰੂਰ ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕੋਈ ਨਾ ਕੋਈ ਵਿਦਵਾਨਾਂ ਦੀ ਟੀਮ ਬਿਠਾਉਣੀ ਪਊਗੀ, ਜਿਹਦੇ ਵਿੱਚ ਲੱਗਦਾ ਕਿ ਕਿਤੇ ਕਮੀਆਂ ਹੈਗੀਆਂ ਵਾ, ਇਹ ਸਾਡਾ ਇਤਿਹਾਸ ਨਹੀਂ ਆ, ਉਹਨੂੰ ਉੱਥੋਂ ਕੱਢ ਦਿੱਤਾ ਜਾਵੇ, ਤਾਂ ਕਿ ਗਿਆਨੀ ਇਕਬਾਲ ਸਿੰਘ ਵਰਗੇ, ਤੇ ਜਿਵੇਂ ਕਿ ਹੁਣ ਗੱਲ ਹੋਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ ਦੀ, ਉਹਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿੰਤੂ ਪਰੰਤੂ ਨਾ ਹੋਵੇ। ਵੀਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਇਤਿਹਾਸ ਬਣ ਜਾਊਗਾ 50 ਸਾਲ ਬਾਅਦ। ਜੇ ਅਸੀਂ ਅੱਜ ਚੁੱਪ ਕਰ ਗਏ ਤੇ 50 ਸਾਲ ਬਾਅਦ ਇੱਕ ਬਿਆਨ ਨਿਕਲੂਗਾ, ਉਹ ਭਾਰਤ ਦੇ ਪ੍ਰਧਾਨ ਮੰਤਰੀ ਦਾ ਹੋਊਗਾ, ਜਿਹਦੇ ਵਿੱਚ ਇਤਿਹਾਸ ਬਣਿਆ ਹੋਊਗਾ ਕਿ ਉਦੋਂ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਗੋਬਿੰਦ ਰਾਮਾਇਣ ਲਿਖੀ ਸੀ, ਤੁਸੀਂ ਉਦੋਂ ਕਿਉਂ ਨਹੀਂ ਬੋਲੇ। ਆਓ ਸਾਰੇ ਜਾਗੀਏ। ਸਿੰਘ ਸਾਹਿਬ ਦਾ ਇੱਕ ਵੱਡਾ ਫੈਸਲਾ ਜ਼ਰੂਰ ਆ ਜਾਂਦਾ ਵਾ। ਜੇ ਆਪਾਂ ਸੁੱਚਾ ਸਿੰਘ ਲੰਗਾਹ ਦੀ ਗੱਲ ਕਰਦੇ ਹਾਂ ਉਸ ਮਸਲੇ 'ਤੇ, ਜਾਂ ਹਰ ਇੱਕ ਟਾਈਮ 'ਤੇ ਸਮੇਂ 'ਤੇ ਬਹੁਤ ਵੱਡੀ ਆਵਾਜ਼ ਚੁੱਕਦੇ ਆਓ, ਅਤੇ ਆਸ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟੀਮ ਜ਼ਰੂਰ ਬੈਠੂਗੀ ਵਿਦਵਾਨਾਂ ਦੀ, ਜਿਹਦੇ ਵਿੱਚ ਇਸ ਚੀਜ਼ ਨੂੰ ਵਿਚਾਰਿਆ ਜਾਊਗਾ, ਅਤੇ ਆਉਣ ਵਾਲੇ ਸਮੇਂ 'ਤੇ ਸਾਡੀ ਕੌਮ ਵਾਸਤੇ ਇੱਕ ਵਧੀਆ ਫੈਸਲਾ ਲਿਆ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।